ਐਡੇ ਵੱਡੇ ਪਵਿੱਤਰ ਦਿਹਾੜੇ ਦੇ ਲਈ ਮੈਂ ਇਸ ਤੋਂ ਪਹਿਲਾਂ ਨਾ ਕਦੇ ਪ੍ਰਿੰਟ ਮੀਡੀਆ 'ਚ ਨਾ ਇਲੈਕਟ੍ਰੋਨਿਕ ਮੀਡੀਆ 'ਚ ਕਿਸੇ ਵੀ ਪੋਲੀਟੀਕਲ ਧਾਰਮਿਕ ਹਸਤੀ ਵੱਲੋਂ ਇਸ ਦਿਨ ਨੂੰ ਚੇਤੇ ਕਰਨ ਲਈ ਇੱਕ ਸ਼ਬਦ ਤੱਕ ਨਹੀਂ ਪੜ੍ਹਿਆ ਜਾਂ ਸੁਣਿਆ ਕਿ ਸਾਡਾ ਪਵਿੱਤਰ ਦਿਹਾੜਾ ਭਲਕ ਨੂੰ ਆ ਰਿਹਾ ਹੈ। ਇੰਨੀ ਜਲਦੀ ਅਸੀਂ ਭੁੱਲ ਜਾਂਦੇ ਹਾਂ ਆਪਣੇ ਪਵਿੱਤਰ ਦਿਹਾੜਿਆਂ ਨੂੰ। ਜਿਹੜੀ ਮੰਗ ਇੰਨੇ ਸਾਲਾਂ ਦੀ ਚੱਲ ਰਹੀ ਹੋਵੇ ਔਰ ਉਹ ਵੀ ਜਿਹੜੀ ਸਾਡੇ ਗੁਰੂ ਸਾਹਿਬ ਨਾਲ ਜੁੜੀ ਹੋਵੇ ਔਰ ਉਸ ਨੂੰ ਅਸੀਂ ਜਿਹਨੂੰ ਘੱਟ ਕਰਕੇ ਉਸ ਦਿਨ ਨੂੰ ਜਾਣੀਏ, ਇਹ ਥੋੜੀ ਮੈਨੂੰ ਵੀ ਅਜੀਬ ਗੱਲ ਲੱਗੀ ਆ। ਜਦੋਂ ਅਸੀਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਬਡਾਲਾ ਸਾਹਿਬ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ। ਉਹ 30 ਸਾਲ ਲਗਾਤਾਰ ਅਰਦਾਸਾਂ ਕਰਦੇ ਰਹੇ। ਜੇ ਸੱਚਮੁੱਚ ਲਾਂਘਾ ਖੁਲਵਾਉਣ ਦੀ ਕਵਾਇਦ ਸ਼ੁਰੂ ਕਰਨੀ ਹੋਵੇ ਤਾਂ ਪੰਜਾਬ ਸਰਕਾਰ ਨੂੰ ਜਿਹੜੀ ਆ ਕੇਂਦਰ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਕਿਉਂਕਿ ਸਰਕਾਰ ਤੇ ਸਰਕਾਰ ਹੀ ਆਪਸ ਵਿੱਚ ਗੱਲਬਾਤ ਕਰਦੇ ਆ। ਉੱਥੇ ਸਾਨੂੰ ਪੁੱਛਦੇ ਸੀਗੇ ਕਿ ਤੁਹਾਡੇ ਤੱਕ 1000 ਸ਼ਰਧਾਲੂ ਅੱਜ ਆ ਸਕਦਾ ਹੈ, ਤੇ ਉਸ ਹਿਸਾਬ ਨਾਲ ਨੰਬਰ ਬੜਾ ਘੱਟ ਹੈਗਾ। ਸੋ ਸਾਨੂੰ ਖੁਦ ਨੂੰ ਥੋੜਾ ਮਾਯੂਸੀ ਹੋਈ ਕਿ ਇਸ ਦਿਨ ਤੇ ਤਾਂ ਸਰਕਾਰਾਂ ਨੂੰ ਆਪਣਾ ਪੂਰਾ ਜ਼ੋਰ ਲਾ ਦੇਣਾ ਚਾਹੀਦਾ, ਭਾਵੇਂ ਸਟੇਟ ਸੀ, ਮੇਨ ਤਾਂ ਸੈਂਟਰ ਦਾ ਰੋਲ ਸੀ ਨਾ ਕਿ ਉਹਨਾਂ ਸ਼ਰਤਾਂ ਨੂੰ ਨਰਮ ਕਰਾਉਣਾ ਜਾਂ ਦੂਸਰੇ ਕੰਟਰੀ ਦੀ ਸਰਕਾਰ ਦੇ ਨਾਲ ਮਿਲ ਕੇ ਕੋਈ ਗੱਲਬਾਤ ਕਰਨੀ। ਥੋੜੀ ਜਿਹੀ ਪਰਵਾਹ ਕੀਤੀ ਹੁੰਦੀ ਤਾਂ ਕਾਫੀ ਲੋਕ ਦਰਸ਼ਨ ਕਰ ਪੈਂਦੇ। ਮੈਂ ਖੁਦ ਮੈਨੂੰ ਸੀਨ ਅੱਜ ਵੀ ਨਜ਼ਰ ਆਉਂਦਾ ਹੈ ਕਿ ਜਿਸ ਤਰ੍ਹਾਂ ਲੋਕੀ ਉੱਥੇ ਬੇਬਸ ਹੋ ਕੇ ਦੇਖ ਰਹੇ ਸੀਗੇ ਕਿ ਗੁਰੂ ਧਾਮ ਦੇ ਦਰਸ਼ਨ ਅਸੀਂ ਕਿਵੇਂ ਕਰੀਏ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ ਦੁਨੀਆ ਭਰ 'ਚ ਬੈਠੇ ਪੰਜਾਬੀਆਂ ਦੀਆਂ ਅਰਦਾਸਾਂ ਨੂੰ ਪਿਆ ਬੂਰ। ਜਦੋਂ ਆਪਾਂ ਇਸ ਪਵਿੱਤਰ ਸਥਾਨ ਦੀ ਗੱਲ ਕਰਦੇ ਹਾਂ ਤਾਂ ਅੱਜ ਦਾ ਦਿਨ ਇਸ ਕਰਕੇ ਵੀ ਇਤਿਹਾਸਿਕ ਹੈ ਕਿਉਂਕਿ ਅੱਜ ਦੇ ਦਿਨ ਹੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ। ਇਸ ਅਹਿਮ ਤੇ ਪਵਿੱਤਰ ਸਥਾਨ ਦੇ ਲਈ ਦੁਨੀਆ ਭਰ ਦੇ ਪੰਜਾਬੀਆਂ ਜਿੱਥੇ ਅਰਦਾਸਾਂ ਦਾ ਜ਼ਿਕਰ ਕਰਦੇ ਹਾਂ। ਕ੍ਰਿਕਟਰ ਤੋਂ ਰਾਜਨੀਤੀ ਜਾਏ ਨਵਜੋਤ ਸਿੱਧੂ, ਉਸ ਦੀ ਭੂਮਿਕਾ ਵੀ ਚੇਤੇ ਰਹੇਗੀ। ਮਾਨਵਤਾ ਦਾ ਸੁਨੇਹਾ ਦੇਣ ਵਾਲੇ ਇਸ ਦਿਹਾੜੇ ਨਾਲ ਬਹੁਤ ਸਾਰੇ ਸਵਾਲ ਜਿੱਥੇ ਜੁੜੇ ਹੋਏ ਹੈ, ਉੱਥੇ ਹੀ ਇਸ ਖਿੱਤੇ ਦੀ ਸ਼ਾਂਤੀ, ਸਦਭਾਵਨਾਵਾਂ ਦੇ ਨਾਲ ਦੋਸਤੀ ਦੇ ਪੁਲ ਵਜੋਂ ਵੀ ਇਹ ਸੁਨੇਹਾ ਜਾਣਿਆ ਗਿਆ ਹੈ। ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਚਰਚਾ 'ਚ ਪੈਨਲ ਤੇ ਜਿਹੜੇ ਸਾਡੇ ਖਾਸ ਮਹਿਮਾਨ ਜੁੜ ਚੁੱਕੇ ਹੈ। ਰਿੰਪਲ ਮਿੱਡਾ ਨੇ ਕਾਂਗਰਸ ਪਾਰਟੀ ਦੇ ਬੁਲਾਰੇ, ਹਰਜੀਤ ਸਿੰਘ ਗਰੇਵਾਲ ਭਾਰਤੀ ਜਨਤਾ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਬੁਲਾਰੇ, ਇਸੇ ਤਰੀਕੇ ਨਾਲ ਡਾਕਟਰ ਮਦਨਜੀਤ ਕੌਰ ਸਹੋਤਾ ਜੀ ਨੇ ਸਾਡੇ ਸਿੱਖ ਵਿਦਵਾਨ, ਜਾਣੇ ਪਹਿਚਾਣੇ ਚਿਹਰੇ। ਤਿੰਨੇ ਮਹਿਮਾਨਾਂ ਨੂੰ ਪੈਨਲ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਰਿੰਪਲ ਮਿੱਡਾ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਕਰਤਾਰਪੁਰ ਸਾਹਿਬ ਦਾ ਲਾਂਘਾ ਅੱਜ ਦਾ ਪਵਿੱਤਰ ਦਿਹਾੜਾ, ਅੱਜ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਹੈ, ਸਿੱਖ ਹੈ, ਹਿੰਦੂ ਹੈ, ਵੱਖ-ਵੱਖ ਧਰਮਾਂ ਨਾਲ ਜੁੜੇ ਜਿਹੜੇ ਲੋਕ ਹੈ, ਉਹਨਾਂ ਨੇ ਜਾ ਕੇ ਇਸ ਮੌਕੇ ਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ, ਅਰਦਾਸ ਕੀਤੀ ਹੈ। ਨਵਜੋਤ ਸਿੱਧੂ ਵੀ ਉਸ ਅਰਦਾਸ ਦੇ ਵਿੱਚ ਸ਼ਾਮਲ ਹੋਏ ਹੈ। ਇੱਕ ਸਵਾਲ ਜਿਹੜਾ ਮੈਂ ਮਿੱਡਾ ਜੀ ਇਸ ਮੌਕੇ ਤੇ ਐਡੇ ਵੱਡੇ ਪਵਿੱਤਰ ਦਿਹਾੜੇ ਦੇ ਲਈ ਮੈਂ ਇਸ ਤੋਂ ਪਹਿਲਾਂ ਨਾ ਕਦੇ ਪ੍ਰਿੰਟ ਮੀਡੀਆ 'ਚ ਨਾ ਇਲੈਕਟ੍ਰੋਨਿਕ ਮੀਡੀਆ 'ਚ ਕਿਸੇ ਵੀ ਪੋਲੀਟੀਕਲ ਧਾਰਮਿਕ ਹਸਤੀ ਵੱਲੋਂ ਇਸ ਦਿਨ ਨੂੰ ਚੇਤੇ ਕਰਨ ਲਈ ਇੱਕ ਸ਼ਬਦ ਤੱਕ ਨਹੀਂ ਪੜ੍ਹਿਆ ਜਾਂ ਸੁਣਿਆ ਕਿ ਸਾਡਾ ਪਵਿੱਤਰ ਦਿਹਾੜਾ ਭਲਕ ਨੂੰ ਆ ਰਿਹਾ ਹੈ। ਇੰਨੀ ਜਲਦੀ ਅਸੀਂ ਭੁੱਲ ਜਾਂਦੇ ਹਾਂ ਆਪਣੇ ਪਵਿੱਤਰ ਦਿਹਾੜਿਆਂ ਨੂੰ। ਰਿੰਪਲ ਮਿੱਡਾ ਜੀ, ਦੇਖੋ, ਜਿਹੜੇ ਤੁਸੀਂ ਗੱਲ ਨੂੰ ਛੂਹਿਆ ਉਹ ਉਸ ਨੂੰ ਸੁਣ ਕੇ ਇਹ ਗੱਲ ਲੱਗਦੀ ਹੈ ਕਿ ਇਹ ਜਿਹੜੀ ਕਰਤਾਰਪੁਰ ਸਾਹਿਬ ਲਾਂਘੇ ਦਾ, ਜਿੱਥੇ ਮੈਂ ਜੇ ਗਲਤ ਨਾ ਹੋਵਾਂ ਤਾਂ ਤੀਜਾ ਸਾਲ ਹੈ, ਔਰ ਇਸ ਦੀ ਜਿਹੜੀ ਇੰਨੀ ਚਿਰਕੋਨੀ ਮੰਗ ਸੀ ਸਾਰੀਆਂ ਸੰਗਤਾਂ ਦੀ, ਉਸ ਨੂੰ ਅੱਜ ਦੇ ਦਿਨ ਬੂਰ ਪਿਆ ਸੀ। ਔਰ ਇਸ ਲਾਂਘੇ ਦੇ ਲਈ ਜਿੱਥੇ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਆਪਣਾ ਯੋਗਦਾਨ ਤਾਂ ਇੱਕ ਜਿਹੜਾ ਅਪੁੱਲ ਔਰ ਵੱਡਾ ਯੋਗਦਾਨ ਉਹਨਾਂ ਨੇ ਪਾਇਆ, ਪਰ ਨਾਲ ਦੀ ਨਾਲ ਉਹਨਾਂ ਨੇ ਉਹ ਇਲਜ਼ਾਮ ਜਿਹੜੇ ਪ੍ਰੋ ਪਾਕਿਸਤਾਨੀ ਜਾਂ ਦੇਸ਼ ਵਿਰੋਧੀ ਜਾਂ
ਜਨਰਲ ਬਾਜਵਾ ਨੂੰ ਗਲਵੱਕੜੀ, ਇਹ ਸਾਰੀਆਂ ਚੀਜ਼ਾਂ ਦੀ ਉਹਨਾਂ ਨੇ ਆਲੋਚਨਾ ਸਹਿੰਦੇ ਹੋਏ ਔਰ ਇਸ ਦੀ ਜਿਹੜੀ ਹੈ ਇਹ ਜਿਹੜੀ ਸਿੱਖ ਸੰਗਤਾਂ ਦੀ, ਪੰਜਾਬੀ ਸੰਗਤਾਂ ਦੀ, ਪੂਰੇ ਦੇਸ਼ ਦੀ ਜਿਹੜੀ ਇਹ ਮੰਗ ਸੀਗੀ ਉਸ ਦੇ ਵਿੱਚ ਵੱਡਮੁੱਲਾ ਰੋਲ ਉਹਨਾਂ ਦਾ ਰਿਹਾ। ਹਾਂ, ਇਹ ਜਿਹੜੀ ਗੱਲ ਹੈ ਮੈਂ ਤਾਂ ਇਹ ਸਮਝਦਾ ਕਿ ਇਹ ਜਿਹੜਾ ਅੱਜ ਦਾ ਦਿਨ ਹੈ ਉਸ ਨੂੰ ਬਹੁਤ ਵੱਡਾ ਕਰਕੇ ਮਨਾਇਆ ਜਾਣਾ ਚਾਹੀਦਾ ਹੈ ਔਰ ਇਸ ਦਿਨ ਨੂੰ ਆਪਾਂ ਸਾਡੇ ਲਈ ਬਹੁਤ ਜਿਸ ਨੂੰ ਕਹਿ ਸਕਦੇ ਹਾਂ ਕਿ ਜਿਹੜੀ ਮੰਗ ਇੰਨੇ ਸਾਲਾਂ ਦੀ ਚੱਲ ਰਹੀ ਹੋਵੇ ਔਰ ਉਹ ਵੀ ਜਿਹੜੀ ਸਾਡੇ ਗੁਰੂ ਸਾਹਿਬ ਨਾਲ ਜੁੜੀ ਹੋਵੇ ਔਰ ਉਸ ਨੂੰ ਅਸੀਂ ਜਿਹਨੂੰ ਘੱਟ ਕਰਕੇ ਉਸ ਦਿਨ ਨੂੰ ਜਾਣੀਏ, ਇਹ ਥੋੜੀ ਮੈਨੂੰ ਵੀ ਅਜੀਬ ਗੱਲ ਲੱਗੀ ਔਰ ਸਾਰੇ ਜਿਹੜੇ ਸੁਣਨ ਵਾਲੇ ਨੇ ਔਰ ਮੈਂ ਇਹ ਚਾਹਾਂਗਾ ਕਿ ਜਿਹੜਾ ਇਹ ਦਿਨ ਨੂੰ ਅਸੀਂ ਵੱਡਾ ਕਰਕੇ ਇੱਕ ਖੁਸ਼ੀ ਦੇ ਰੂਪ ਦੇ ਵਿੱਚ ਔਰ ਇਸ ਦੀ ਇੱਕ ਮਹੱਤਤਾ ਨੂੰ ਬਹੁਤ ਜ਼ਿਆਦਾ ਮਹੱਤਵਪੂਰਨ ਬਣਾਈਏ। ਇਹ ਮੇਰੇ ਔਰ ਲੱਗਦਾ ਕਿ ਤੁਹਾਡੀ ਅੱਜ ਦੀ ਇਹ ਜਿਹੜੀ ਡਿਸਕਸ਼ਨ ਹੈ ਇਸ ਤੋਂ ਬਾਅਦ ਇਸ ਗੱਲ ਨੂੰ ਵੱਡੀ ਕੀਤਾ ਜਾਏਗਾ। ਬੇਟਾ ਜੀ, ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਇੱਕ ਸਵਾਲ ਜ਼ਰੂਰ ਲਵਾਂਗਾ, ਕਿਉਂਕਿ ਜਦੋਂ ਆਪਾਂ ਵਿਸਰਨ ਦੀ ਵਿਸਾਰਨ ਦੀ ਗੱਲ ਕਰਦੇ ਹਾਂ, ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਗਿਆ ਪਰ ਕਰੋਨਾ ਦੀ ਵਜ੍ਹਾ ਕਰਕੇ ਜਾਂ ਦੋਨਾਂ ਮੁਲਕਾਂ 'ਚ ਤਣਾਅ ਦੀ ਵਜ੍ਹਾ ਕਰਕੇ ਉਹ ਲਾਂਘਾ ਬੰਦ ਪਿਆ। ਬਾਰ-ਬਾਰ ਇਹਦੇ ਲਈ ਅਰਦਾਸਾਂ ਹੋ ਰਹੀਆਂ ਸੰਗਤਾਂ ਵੱਲੋਂ ਕਿ ਲਾਂਘਾ ਖੁੱਲਣਾ ਚਾਹੀਦਾ ਹੈ। ਬੇਟਾ ਜੀ, ਕਿਉਂ ਨਾ ਖੁੱਲੇ ਲਾਂਘਾ ਜਦੋਂ ਦੁਨੀਆ ਭਰ 'ਚ ਦੋਸਤੀ ਦੀਆਂ ਗੱਲਾਂ, ਦੁਨੀਆ ਭਰ 'ਚ ਆਬੋ ਹਵਾ ਬਦਲ ਗਈ ਹੈ। ਹਿੰਦੁਸਤਾਨ ਦੇ ਵਿੱਚ ਉਸ ਤਰ੍ਹਾਂ ਦਾ ਕਰੋਨਾ ਦਾ ਹੁਣ ਭੈ ਨਹੀਂ, ਭੈ ਮੁਕਤ ਨਜ਼ਰ ਆ ਰਿਹਾ ਹਿੰਦੁਸਤਾਨ। ਤਾਂ ਫਿਰ ਕਰੋਨਾ ਦੇ ਉੱਤੇ ਚੱਲਦਿਆਂ ਜੋ ਫੈਸਲੇ ਲਏ ਗਏ ਸੀ, ਅੱਜ ਕਿਉਂ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੋਲ੍ਹਿਆ ਜਾ ਰਿਹਾ? ਦੇਖੋ, ਇਹ ਜਿਹੜੀ ਗੱਲ ਹੈ ਕਿ ਜਿਹੜਾ ਲਾਂਘਾ ਖੁੱਲ੍ਹਣ ਤੋਂ ਬਾਅਦ ਜਿਹੜਾ ਕਰੋਨਾ ਦੌਰ ਸੀ, ਉਸ ਦੌਰ ਦੇ ਵਿੱਚ ਜਿਹੜੀਆਂ ਰਿਸਟ੍ਰਿਕਸ਼ਨਸ ਲੱਗੀਆਂ ਉਸ ਗੱਲਾਂ ਨਾਲ ਸਾਨੂੰ ਸਹਿਮਤ ਚਲੋ ਹੋਣਾ ਹੀ ਪਏਗਾ। ਪਰ ਜਿਸ ਵੇਲੇ ਜਿਹੜੀਆਂ ਪਾਬੰਦੀਆਂ ਨੇ ਹਟੀਆਂ ਨੇ, ਜਦੋਂ ਪੂਰੀ ਤਰ੍ਹਾਂ ਅਨਲੌਕ ਪੂਰੇ ਦਾ ਪੂਰਾ ਸਿਸਟਮ ਹੋਇਆ ਔਰ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਇਹ ਜਿਹੜੀ ਹੈ ਇਸ 'ਤੇ ਵੀ ਰਿਸਟ੍ਰਿਕਸ਼ਨ ਹਟਣੀ ਚਾਹੀਦੀ ਆ, ਕਿਉਂਕਿ ਸਾਰੇ ਸ਼ਰਧਾਲੂਆਂ ਦੀ ਇਹ ਮੰਗ ਹੈ। ਔਰ ਮੈਨੂੰ ਕਈ ਵਾਰ ਜਦੋਂ ਦੋਸਤੀ ਦੇ ਪੈਗਾਮ ਦੀਆਂ ਗੱਲਾਂ ਚੱਲਦੀਆਂ ਤਾਂ ਦੋਨੋਂ ਪਾਸਿਓਂ ਹੀ ਕਦੇ ਆਮ ਜਿਹੜੇ ਲੋਕ ਨੇ ਉਹਨਾਂ ਵਿੱਚ ਇਸ ਤਰ੍ਹਾਂ ਦੀ ਕੋਈ ਜ਼ਿਆਦਾ ਨਫ਼ਰਤ ਨਹੀਂ, ਉਹ ਇਸ ਸਾਂਝ ਨੂੰ ਹੋਰ ਗੂੜਾ ਕਰਨਾ ਚਾਹੁੰਦੇ ਨੇ ਔਰ ਉਹ ਇਸ ਲਾਂਘੇ ਦੇ ਰਾਹੀਂ ਇੱਕ ਬਹੁਤ ਵੱਡੀ ਆਸ ਤੇ ਉਮੀਦ ਕੀਤੀ ਜਾ ਰਹੀ ਸੀ ਕਿ ਜਿਹੜੀ ਇਹ ਦੋਨਾਂ ਦੇਸ਼ਾਂ ਦੇ ਵਿੱਚ ਕੜੱਤਣ ਘਟੇਗੀ ਔਰ ਜਿਹੜੀ ਇਹ ਰਿਸਟ੍ਰਿਕਸ਼ਨ ਲੱਗੀ ਹੈ ਬਿਲਕੁਲ ਸਾਰਿਆਂ ਦੀ ਇਹ ਮੰਗ ਹੈ, ਇਹ ਹਟਣੀ ਚਾਹੀਦੀ ਹੈ ਔਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਜਿਹੜੇ ਆ ਸਾਰਿਆਂ ਨੂੰ ਖੁੱਲੇ ਰੂਪ 'ਚ ਹੋਣੇ। ਜੀ ਮਿੰਟਾ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਗਰੇਵਾਲ ਸਾਹਿਬ, ਅਹਿਮ ਸਵਾਲ ਹੈ, ਆਪਾਂ ਕੇਂਦਰ ਦੇ ਵਿੱਚ ਬਹੁਤ ਵੱਡੀ ਸੱਤਾ ਵਾਲੀ ਧਿਰ ਦੇ ਨਾਲ ਨੁਮਾਇੰਦਗੀ ਕਰਨ ਵਾਲੇ ਆਗੂ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ ਜੋ ਖੁੱਲਿਆ, ਸਭ ਨੂੰ ਪਤਾ, ਸਭ ਨੇ ਸ਼ੁਕਰਾਨਾ ਕੀਤਾ, ਸਭ ਨੇ ਕਿਹਾ ਕਿ ਸਾਡੀਆਂ ਅਰਦਾਸਾਂ ਨੂੰ ਪੂਰ ਪਿਆ ਹੈ। ਪਰ ਹੁਣ ਜਿਸ ਤਰੀਕੇ ਨਾਲ ਬੰਦ ਤਾਂ ਹਾਈ ਹੈ, ਪਰ ਮੈਂ ਦੇਖ ਰਿਹਾ ਕਿ ਕਿਸੇ ਪਾਸੇ ਆਵਾਜ਼ ਵੀ ਨਹੀਂ ਉੱਠੀ ਇਸ ਗੱਲ ਦੇ ਲਈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਉਂ ਨਾ ਖੁੱਲੇ। ਦੁਨੀਆ ਭਰ 'ਚ ਬੈਠੇ ਪੰਜਾਬੀਆਂ ਦੀਆਂ ਅਰਦਾਸਾਂ ਜੇ ਉਹਨਾਂ ਨਾਲ ਖੁੱਲਿਆ ਤਾਂ ਹੁਣ ਕਿਉਂ ਬੰਦ ਹੋ ਗਿਆ? ਗਰੇਵਾਲ ਸਾਹਿਬ ਦੇਖੋ, ਇਸ ਤਰ੍ਹਾਂ ਜਗਤਾਰ ਜੀ, ਪਹਿਲੀ ਗੱਲ ਤਾਂ ਇਹ ਜਦੋਂ ਅਸੀਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਬਡਾਲਾ ਸਾਹਿਬ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ। ਉਹ 30 ਸਾਲ ਲਗਾਤਾਰ ਅਰਦਾਸਾਂ ਕਰਦੇ ਰਹੇ ਔਰ ਉਹਨਾਂ ਦੇ ਨਾਲ ਬਾਕੀ ਸੰਗਤਾਂ ਵੀ ਕਰਦੀਆਂ ਰਹੀਆਂ ਤੇ ਔਰ ਇਹ 70 ਸਾਲਾਂ ਦੀਆਂ ਅਰਦਾਸਾਂ ਤੋਂ ਬਾਅਦ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਔਰ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਆਸਾਂ ਨੂੰ ਬੂਰ ਪਾਇਆ, ਕਿਉਂਕਿ ਇਹ ਜਿਹੜਾ ਲਾਂਘਾ ਹੈਗਾ ਕਿਸੇ ਇੰਡੀਵਿਜੂਅਲ ਦੇ ਕਹਿਣ ਨਾਲ, ਇਹ ਕੰਟਰੀ ਟੂ ਕੰਟਰੀ ਗੱਲਬਾਤ ਹੁੰਦੀ ਆ। ਪਾਕਿਸਤਾਨ ਤੇ ਹਿੰਦੁਸਤਾਨ ਦੀ ਸਰਕਾਰ ਨੇ ਆਪਸੀ ਸਹਿਮਤੀ ਨਾਲ ਖੋਲ੍ਹਿਆ ਔਰ ਹੁਣ ਵੀ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਮੈਂ ਇਹ ਪੁੱਛਣਾ ਚਾਹੁੰਦਾ, ਕੋਈ ਇੱਕ ਵਿਅਕਤੀ ਦੇ ਚਾਹੁਣ ਨਾਲ ਇਹ ਲਾਂਘਾ ਖੁੱਲ੍ਹਣਾ? ਇਹ ਤਾਂ ਪੂਰੀ ਦੁਨੀਆ ਚਾਹੁੰਦੀ ਆ, ਨਾਨਕ ਨਾਮ ਲੇਵਾ ਸੰਗਤ ਚਾਹੁੰਦੀ ਆ। ਔਰ ਤੁਸੀਂ ਇਹ ਵੀ ਦੇਖੋ ਕਿ ਤਿੱਬਤੀ ਜਿਹੜੇ ਆ ਉਹ ਸ੍ਰੀ ਗੁਰੂ ਨਾਨਕ ਦੇਵ ਨੂੰ ਨਾਨਕ ਲਾਮਾ ਕਹਿ ਕੇ ਪੂਜਦੇ ਆ ਅੱਜ ਵੀ, ਔਰ ਸਿੰਧੀ ਵੀ, ਔਰ ਵੀ ਦੁਨੀਆ ਦੇ ਅੰਦਰ ਹੋਰ ਬਹੁਤ ਸਾਰੇ ਲੋਕ ਜਿਹੜੇ ਆ। ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਮੈਂ ਤਜਾਕਿਸਤਾਨ ਔਰ ਜਿਹੜਾ ਹੈਗਾ ਉਜ਼ਬੇਕਿਸਤਾਨ, ਉੱਥੋਂ ਦੇ ਜਿਹੜੇ ਇੰਟੀਰੀਅਰ ਇਲਾਕੇ ਆ ਉਹਨਾਂ ਦੇ ਅੰਦਰ ਅੱਜ ਵੀ ਪੰਜਾਬੀ ਬੋਲੀ ਜਾਂਦੀ ਆ
ਔਰ ਗੁਰੂ ਸਾਹਿਬ ਨੂੰ ਯਾਦ ਕੀਤਾ ਜਾਂਦਾ। ਉਹਨਾਂ ਦੇ ਕਬੀਲੇ ਆ, ਉਹ ਇਸਲਾਮ ਨੂੰ ਮੰਨਣ ਵਾਲੇ ਲੋਕ ਆ। ਇਸ ਕਰਕੇ ਜਿੰਨੀਆਂ ਵੀ ਨਾਨਕ ਨਾਮ ਲੇਵਾ ਸੰਗਤ ਸਾਰੀਆਂ ਹੀ ਚਾਹੁੰਦੀਆਂ ਨੇ ਕਿ ਲਾਂਘਾ ਖੁੱਲੇ, ਉਹਦੇ ਖੁੱਲੇ ਦਰਸ਼ਨ ਦੀਦਾਰ ਹੋਣ। ਔਰ ਦੂਸਰੀ ਗੱਲ ਪਰ ਗਰੇਵਾਲ ਜੀ ਆਪਾਂ ਤਾਂ ਗਰੇਵਾਲ ਜੀ ਹਾਕਮ ਧਿਰ ਚ ਆ। ਹਾਕਮ ਧਿਰ ਵੀ ਕੋਈ ਇਹ ਨਹੀਂ ਕਿ ਵੀ ਕਿਸੇ ਸੂਬੇ ਦੀ ਹੈ ਜਾਂ ਕਿਸੇ ਡਿਸਟ੍ਰਿਕਟ ਦੀ ਹੈ। ਹਾਕਮ ਧਿਰ ਜਿਹੜੀ ਪੂਰੇ ਹਿੰਦੁਸਤਾਨ ਤੇ ਪਾਵਰਫੁਲ ਹੈ ਇਸ ਵੇਲੇ ਸਭ ਤੋਂ ਵੱਧ। ਨਹੀਂ, ਹਾਕਮ ਧਿਰ ਹੈਗੀ ਆ, ਮੈਂ ਉਸ ਤੋਂ ਇਨਕਾਰ ਨਹੀਂ ਕਰਦਾ। ਤੁਸੀਂ ਜਿਹੜੀ ਗੱਲ ਆ ਉਹ ਸੁਣੋ। ਪਹਿਲੀ ਗੱਲ, ਜਿਹੜਾ ਅੱਜ ਸਿੱਧੂ ਸਾਹਿਬ ਉੱਥੇ ਅਰਦਾਸ ਕਰਨ ਗਏ, ਅਰਦਾਸ ਕਰਨ ਤੋਂ ਕੋਈ ਨਹੀਂ ਰੋਕਦਾ, ਜਾਣਾ ਚਾਹੀਦਾ, ਸਭ ਨੂੰ ਕਰਨੀ ਚਾਹੀਦੀ ਆ। ਪਰ ਜੇ ਸੱਚਮੁੱਚ ਲਾਂਘਾ ਖੁਲਵਾਉਣ ਦੀ ਕਵਾਇਦ ਸ਼ੁਰੂ ਕਰਨੀ ਹੋਵੇ ਤਾਂ ਪੰਜਾਬ ਸਰਕਾਰ ਨੂੰ ਜਿਹੜੀ ਆ ਕੇਂਦਰ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਕਿਉਂਕਿ ਸਰਕਾਰ ਤੇ ਸਰਕਾਰ ਹੀ ਆਪਸ 'ਚ ਗੱਲਬਾਤ ਕਰਦੇ ਆ। ਔਰ ਪੰਜਾਬ 'ਚ ਕੈਬਨਿਟ 'ਚ ਵੀ BSF ਦਾ ਮੁੱਦਾ ਵੀ ਚੱਕ ਰਹੇ ਆ, ਹੋਰ ਵੀ ਚੱਕ ਰਹੇ ਆ, ਇਹ ਵੀ ਚੱਕ ਲੈਣਾ ਚਾਹੀਦਾ। ਔਰ ਦੂਜਾ, ਅਸੀਂ ਤਾਂ ਬਿਲਕੁਲ ਮੀਡੀਆ 'ਚ ਜਾ ਕੇ ਨਹੀਂ ਇਹ ਮੁੱਦਾ ਚੱਕਣਾ। ਅਸੀਂ ਆਪਣੀ ਸਰਕਾਰ ਨੂੰ ਅਗਰ ਰਿਕੁਐਸਟ ਕਰਨੀ ਆ ਤਾਂ ਬਿਨਾਂ ਮੀਡੀਆ ਤੋਂ ਕਰਨੀ ਹੈ, ਕਿਉਂਕਿ ਆਪਣੇ ਗੁਰੂ ਤੇ ਕਦੇ ਕੋਈ ਆਸਾਨ ਕੀਤਾ ਜਾਂਦਾ ਜਾਂ ਗੁਰੂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ, ਉਹਨੂੰ ਜਾਣਕਾਰੀ ਦੇਣੀ ਹੁੰਦੀ ਹੈ। ਇਹ ਕੋਈ ਐਸੀ ਗੱਲ ਨਹੀਂ ਹੈ। ਔਰ ਮੋਦੀ ਜੀ ਵੀ, ਜਿਨ੍ਹਾਂ ਨੇ ਇਹ ਲਾਂਘਾ 70 ਸਾਲਾਂ ਬਾਅਦ ਇਹ ਲਾਂਘਾ ਖੁਲਵਾਇਆ ਤੇ ਇਸ ਲਈ ਬੜੇ ਯਤਨਸ਼ੀਲ ਰਹੇ, ਤੇ ਅੱਜ ਵੀ ਉਹ ਤੁਹਾਡੀ ਕੀ ਖਿਆਲ ਹੈ ਕਿ ਆਮ ਜਨਤਾ ਨੂੰ ਵੀ ਉਹ ਨਹੀਂ ਚਾਹੁੰਦੇ ਹੈਗੇ? ਇਹ ਪਾਕਿਸਤਾਨ ਦੀ ਸਰਕਾਰ ਨਾਲ ਗੱਲ ਕਰਕੇ ਕੋਵਿਡ ਜਾਂ ਹੋਰ ਵੀ ਜੋ ਜਿਹੜੀਆਂ ਫਾਰਮੈਲਿਟੀਜ਼ ਹੋਣੀਆਂ ਨੇ ਉਹ ਪੂਰੀਆਂ ਕਰਕੇ ਖੁੱਲ੍ਹਣਾ, ਇਹਦੇ ਲਈ ਜ਼ਰੂਰ ਅਸੀਂ ਵੀ ਪ੍ਰਾਰਥਨਾ ਕਰਾਂਗੇ ਸਰਕਾਰ ਨੂੰ, ਭਾਰਤ ਸਰਕਾਰ ਨੂੰ ਵੀ, ਤੇ ਪੰਜਾਬ ਸਰਕਾਰ ਵੀ ਇਹਦੇ 'ਚ ਆਪਣਾ ਯੋਗਦਾਨ ਪਵੇ, ਆਪਦੀ ਕੁਰਸੀ ਦੀ ਹੈਗਾ। ਜੀ ਗਰੇਵਾਲ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ, ਤੁਹਾਡੀ ਗੱਲ ਆ ਗਈ। ਫੇਰ ਆਵਾਂਗੇ ਇਸ ਮੁੱਦੇ ਤੋਂ ਤੁਹਾਡੇ ਵੱਲ। ਡਾਕਟਰ ਸੋਦਾ, ਤੁਸੀਂ ਦੋਨਾਂ ਮਹਿਮਾਨਾਂ ਦੇ ਵਿਚਾਰ ਤਾਂ ਸੁਣੇ ਹੀ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ ਜਿਸ ਤਰੀਕੇ ਨਾਲ ਅਰਦਾਸਾਂ ਹੋਈਆਂ, ਵਿਅਕਤੀ ਵਿਸ਼ੇਸ਼ ਵੱਲੋਂ, ਪੂਰੀ ਸਿੱਖ ਸੰਗਤ ਵੱਲੋਂ, ਲਾਂਘਾ ਤਾਂ ਖੁੱਲਿਆ, ਪਰ ਹੁਣ ਜੋ ਕਰੋਨਾ ਦੀ ਗੱਲ ਕਰਕੇ ਜਾਂ ਕਿਸੇ ਦੋਨਾਂ ਮੁਲਕਾਂ ਦੀ ਵਜ੍ਹਾ ਕਰਕੇ ਬੰਦ ਪਿਆ, ਹੁਣ ਵੀ ਜਿਹੜੀ ਹੈਗੀ ਸਿੱਖ ਸੰਗਤ ਦੀ ਅਰਦਾਸ ਹੈ ਕਿ ਕਿਉਂ ਬੰਦ ਪਿਆ ਕਰਤਾਰਪੁਰ ਸਾਹਿਬ ਦਾ ਲਾਂਘਾ, ਖੁੱਲੇ ਦਰਸ਼ਨ ਦੀਦਾਰ ਹੋਣੇ ਚਾਹੀਦੇ ਹੈ। ਇਸ ਮੁੱਦੇ ਤੇ ਗਰੇਵਾਲ ਜੀ ਦੇ ਆਪਣੇ ਵਿਊ ਹੈ, ਮਿੱਡਾ ਜੀ ਦੇ ਆਪਣੇ ਵਿਊ ਹੈ। ਤੁਸੀਂ ਸਿੱਖ ਵਿਦਵਾਨ ਦੇ ਤੌਰ ਤੇ ਕਿਵੇਂ ਦੇਖਦੇ ਹੋ ਇਸ ਮਾਮਲੇ 'ਚ? ਸਿੱਧੂ ਸਾਹਿਬ, ਬੜਾ ਖੂਬਸੂਰਤ ਤੁਹਾਡਾ ਸਵਾਲ ਹੈ। ਮੈਂ ਕਹਿੰਦੀ ਹਾਂ ਕਿ ਹਰ ਨਾਨਕ ਨਾਮ ਲੇਵਾ ਸੰਗਤਾਂ, ਕੱਲਾ ਸਿੱਖ ਨਹੀਂ, ਗੁਰੂ ਨਾਨਕ ਜਿਹੜੇ ਸੀ ਉਹ ਹਿੰਦੂ ਮੁਸਲਮਾਨ ਦੇ ਸਾਂਝੇ ਗੁਰੂ ਸਨ। ਉਹ ਆਪਣਾ ਗੁਰੂ ਮੰਨਦੇ ਸੀਗੇ, ਔਰ ਇਹੀ ਕਾਰਨ ਹੈ ਕਿ ਉਹ ਉੱਥੇ ਅੱਜ ਵੀ ਉਹਨਾਂ ਨੂੰ ਬਾਬਾ ਨਾਨਕ ਕਰਕੇ, ਫਕੀਰ ਨਾਨਕ ਕਰਕੇ ਲੋਕ ਮੰਨਦੇ ਨੇ, ਦਿਲੋਂ ਮੰਨਦੇ ਨੇ। ਸੋ ਮੇਰਾ ਜਿਹੜਾ ਲਾਂਘਾ ਖੁੱਲ੍ਹਣ ਦੀ ਗੱਲ ਹੈਗੀ ਆ, ਉਹਦੇ ਬਾਰੇ ਮੇਰਾ ਕਹਿਣਾ ਕਿ ਹਰ ਜੋ ਵੀ ਇਨਸਾਨ ਇਸ ਧਰਤੀ ਤੇ ਗੁਰੂ ਨਾਨਕ ਦੀ ਸਿੱਖਿਆ ਦਾ ਜਾਂ ਇਨਸਾਨੀਅਤ ਦੇ ਧਰਮ ਨੂੰ ਮੰਨਦਾ ਹੈ, ਉਹ ਰੋਜ਼ ਅਰਦਾਸ ਕਰਦਾ 2 ਮਿਲਦੇ ਵੇਲੇ ਕਿ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਸੰਗਤਾਂ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਸਤਿਗੁਰੂ ਅੱਗੇ ਅਰਦਾਸ ਕਰਦੇ ਨੇ ਕਿ ਖਾਲਸਾ ਜੀ ਨੂੰ ਬਖਸ਼ੋ। ਸੋ ਜਿਹੜੀਆਂ ਇਹ ਅਰਦਾਸਾਂ ਨੂੰ ਬੂਰ ਪਿਆ, ਜਿਸ ਤਰ੍ਹਾਂ ਬਡਾਲਾ ਸਾਹਿਬ ਦਾ ਨਾਮ ਕਦੇ ਉਹ ਚੋਂ ਮਾਈਨਸ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਨੇ ਕੱਲਿਆਂ ਨੇ ਜਿਨ੍ਹਾਂ ਨੇ ਹਮੇਸ਼ਾ ਉੱਥੇ ਬਾਰਡਰ ਤੇ ਜਾ ਕੇ ਅਰਦਾਸ ਕੀਤੀ। ਸੋ ਅਰਦਾਸ ਕਹਿੰਦੇ ਨੇ ਕਿ ਕਦੇ ਵੀ ਵਿਰਥੀ ਨਹੀਂ ਜਾਂਦੀ, ਵਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਸੋ ਇਸ ਕਰਕੇ ਜਿਹੜਾ ਇਹ ਲਾਂਘਾ ਖੁੱਲਿਆ ਸੀ 9 ਤਰੀਕ ਨੂੰ, ਅੱਜ ਦੇ ਹੀ ਦਿਨ, ਸੋ ਇਹ ਬੜਾ ਮਾਨਵਤਾ ਇਤਿਹਾਸਕ ਦਿਨ ਹੈ। ਇਹਦਾ ਤੁਸੀਂ ਜਿਹੜਾ ਹੈਗਾ ਸਿਹਰਾ ਕਿਸੇ ਨੂੰ ਵੀ ਦਵੋ, ਉਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ, ਲੇਕਿਨ ਇਹ ਲੌਂਗ ਓਵਰਡਿਊ ਸੀਗਾ। ਜਿਹੜਾ ਲਾਂਘਾ ਖੁੱਲਣਾ 4 ਕਿਲੋਮੀਟਰ ਤੇ, ਜਿਹੜਾ ਗੁਰਦੁਆਰਾ ਸਾਹਿਬ ਇੰਨੀ ਮਹੱਤਤਾ ਰੱਖਦਾ ਇਨਸਾਨੀਅਤ ਵਾਸਤੇ, ਉਹਦਾ ਇੰਨਾ ਲੰਬੇ ਸਮੇਂ ਬੰਦ ਰਹਿਣਾ, ਤੇ ਵੱਖੋ ਵੱਖਰੀਆਂ ਸਰਕਾਰਾਂ ਨੇ ਜੇ ਯਤਨ ਕੀਤੇ ਤਾਂ ਉਹਨਾਂ ਵਿੱਚ ਸੰਜੀਦਾ ਪਹੁੰਚ ਨਹੀਂ, ਜਾਂ ਕੀ ਪੋਲੀਟੀਕਲ ਵਿਲ ਸੀ ਜਾਂ ਕੋਈ ਪ੍ਰੋਬਲਮ ਸੀ, ਦੈਟ ਇਜ਼ ਅਨਦਰ ਇਸ਼ੂ। ਲੇਕਿਨ ਗੱਲ ਇਹ ਹੈਗੀ ਹੈ ਕਿ ਹੁਣ ਫੇਰ ਬੰਦ ਪਿਆ, ਉਹਦੀ ਕੀ ਕੰਪਲਸ਼ਨ ਹੈ? ਪਹਿਲਾਂ ਤਾਂ ਮੈਂ ਸਿੱਧੂ ਸਾਹਿਬ ਬੈਕ ਤੇ ਜਾਣਾ ਚਾਹੂੰਗੀ ਹਿਸਟੋਰੀਕਲ ਪ੍ਰੋਸਪੈਕਟਸ ਤੇ, ਕਿ ਜਦੋਂ ਵੰਡ ਹੋਈ, ਉਹ ਇੱਕ ਮੰਦਭਾਗੀ ਵੰਡ ਇੱਕ ਤਾਂ ਉਹ ਸੀਗੀ। ਉਸ ਦੌਰਾਨ ਅਸੀਂ ਆਪਣਿਆਂ ਗੁਰਦੁਆਰਿਆਂ ਗੁਰਧਾਮਾਂ ਨੂੰ ਬਚਾ ਨਹੀਂ ਸਕੇ, ਅਸੀਂ ਉਹਨਾਂ ਨੂੰ ਆਪਣੀ ਟੈਰੀਟਰੀ 'ਚ ਨਹੀਂ ਲੈ ਸਕੇ, ਜਿਹੜਾ ਸਾਡੇ ਵਾਸਤੇ ਇੰਨੀ ਮਹੱਤਤਾ ਮਹਾਨਤਾ ਰੱਖਦੇ ਨੇ। ਉਸ ਤੋਂ ਬਾਅਦ ਜਿਹੜਾ ਬੰਦ ਹੋਣਾ ਹੈਗਾ, ਪੋਲੀਟੀਕਲ ਕੰਪਲਸ਼ਨ ਹੈ, ਪੋਲੀਟੀਕਲ ਵਿਲ ਨਹੀਂ ਹੈਗੀ, ਲੇਕਿਨ ਸਿੱਖ ਸੰਗਤਾਂ ਜਿਹੜੀਆਂ ਨੇ
ਦੁਨੀਆ ਭਰ ਚ ਬੈਠਾ ਜਿਹੜਾ ਮੰਨਦਾ ਹੈਗਾ ਉਹ ਜ਼ਰੂਰ ਇਸ ਤੋਂ ਉਤਸੁਕ ਹੈਗਾ ਔਰ ਸਵਾਲ ਪੁੱਛਦਾ ਹੈ ਕਿ ਕਿਉਂ ਬੰਦ ਹੈਗਾ, ਕਿਹੜੀ ਕੰਪਲਸ਼ਨ ਹੈ। ਦੇਖੋ ਇਹ ਜਿਹੜੀਆਂ ਆਪਸੀ ਇਹਨਾਂ ਦੀਆਂ ਗਿਣਤੀਆਂ ਮਿਣਤੀਆਂ ਨੇ ਉਹ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਧਰਮ ਨੂੰ ਮੰਨਦੇ ਹੋਏ ਹਰ ਹਾਲਤ ਚ ਐਟ ਦਾ ਅਰਲੀਐਸਟ ਖੁੱਲਣਾ ਚਾਹੀਦਾ ਹੈ। ਕੋਈ ਇਸ ਦਾ ਕ੍ਰੈਡਿਟ ਲੈਂਦਾ ਹੈ, ਕੋਈ ਜੀ ਜੀ ਡਾਕਟਰ ਸੋਤਾ, ਕ੍ਰੈਡਿਟ ਦੀ ਗੱਲ ਵੱਖਰੇ ਤੌਰ ਤੇ ਹੈ। ਐਡੇ ਸ਼ੁਭ ਕੰਮ ਲਈ, ਸ਼ੁਭ ਕਾਰਜ ਲਈ ਕੋਈ ਵੀ ਅੱਗੇ ਆਏ, ਸਭ ਦਾ ਹੀ ਸੰਗਤਾਂ ਧੰਨਵਾਦ ਤਾਂ ਕਰਦੀਆਂ ਹੀ ਕਰਦੀਆਂ ਹਨ। ਮੈਂ ਇੱਕ ਸਵਾਲ ਤੁਹਾਡੇ ਤੋਂ ਸਮੇਂ ਦੇ ਲਿਹਾਜ਼ ਨਾਲ ਜ਼ਰੂਰ ਲੈਣਾ ਚਾਹਾਂਗਾ, ਕਿਉਂਕਿ ਤੁਸੀਂ ਆਪ ਜਾ ਕੇ ਉੱਥੋਂ ਦੇ ਉਸ ਮਾਹੌਲ ਨੂੰ, ਉੱਥੋਂ ਦਾ ਜਿਹੜਾ ਆਨੰਦਮਈ ਵਾਤਾਵਰਨ ਸੀ, ਕਿੱਦਾਂ ਦੀ ਫਿਜ਼ਾ ਸੀ, ਉਸ ਧਾਰਮਿਕ ਮਾਹੌਲ ਦੇ ਅੰਦਰ ਤੁਸੀਂ ਆਪ ਵਿਚਰੇ ਹੋ, ਗਏ ਹੋ ਉੱਥੇ, ਔਰ ਤੁਸੀਂ ਖੁਦ ਮੇਰੀ ਜਾਣਕਾਰੀ ਮੁਤਾਬਕ ਉੱਥੇ ਜਾ ਕੇ ਕੀਰਤਨ ਵੀ ਕੀਤਾ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ। ਤਾਂ ਇਹੋ ਜਿਹੇ ਪਵਿੱਤਰ ਸਥਾਨ ਨੂੰ ਬੰਦ ਰੱਖਣਾ ਇਹ ਕਿੱਡਾ ਕਿ ਜਿਹੜਾ ਹੈਗਾ ਕਿਸੇ ਖਤਰੇ ਨੂੰ ਰੋਕਣ ਵਾਲੀ ਗੱਲ ਹੈ। ਕਿਉਂ ਨਹੀਂ ਖੁੱਲਿਆ ਜਾ ਰਿਹਾ? ਉੱਥੇ ਕਿਹੋ ਜਿਹਾ ਮਾਹੌਲ ਹੈ ਜਿੱਥੇ ਤੁਸੀਂ ਦੇਖ ਕੇ ਆਏ ਸੀ ਡਾਕਟਰ ਸੋਤਾ? ਜਿਹੜਾ ਤੁਸੀਂ ਮੈਨੂੰ ਪੁੱਛਿਆ ਨਾ ਉਸ ਦਿਨ, ਦੇਖੋ ਮੈਂ ਬੜੀ ਕਹਿ ਲਓ ਖੁਸ਼ ਨਸੀਬ ਹਾਂ। ਮੈਂ ਔਰ ਮੇਰੇ ਸਰਦਾਰ ਸਾਹਿਬ, ਅਸੀਂ ਮੇਰਾ ਖਿਆਲ ਹੈ 12 ਨਵੰਬਰ ਸੀ ਉਹ ਗੁਰਪੁਰਬ ਦੀ ਤਰੀਕ, 12 ਨਵੰਬਰ, ਜਿਸ 9 ਤਰੀਕ ਨੂੰ ਲਾਂਘਾ ਖੁੱਲਿਆ ਹੈਗਾ, ਤੇ ਅਸੀਂ ਤਕਰੀਬਨ ਦੂਸਰੇ ਕੇ ਬੈਚ ਵਿੱਚ ਅਸੀਂ ਗਏ ਹੈਗੇ ਆ। ਤੁਸੀਂ ਮੰਨੋਗੇ ਕਿ ਕਿੰਨੀ ਵਾਰੀ ਅੱਖਾਂ ਨਮ ਹੋਈਆਂ, ਕਿੰਨੀ ਵਾਰੀ ਆਂਸੂ ਆਏ ਕਿ ਸੱਚੇ ਪਾਤਸ਼ਾਹ ਤੇਰੀ ਕਿੰਨੀ ਮਿਹਰ ਹੈ, ਕਿ ਅਸੀਂ ਕਿੰਨੇ ਖੁਸ਼ ਨਸੀਬ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਗੁਰਧਾਮਾਂ ਦੇ ਦਰਸ਼ਨ ਕਰ ਸਕੇ, ਇਸ ਮਿੱਟੀ ਨੂੰ ਛੋਹ ਸਕੇ, ਇਸ ਮਿੱਟੀ ਨੂੰ ਨਤਮਸਤਕ ਹੋ ਸਕੇ, ਜਿੱਥੇ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਅਖੀਰਲੀ 18 ਸਾਲ ਬਿਤਾਏ, ਜਿਨ੍ਹਾਂ ਨੇ ਇੰਨਾ ਲੰਬਾ ਸਮਾਂ ਉਸ ਸਥਾਨ ਤੇ ਗੁਜ਼ਾਰਿਆ ਹੋਵੇ। ਔਰ ਉਸ ਗੁਰਦੁਆਰੇ ਦੀ ਜੋ ਇਤਿਹਾਸਕ ਪੱਖ ਹੈਗਾ ਕਿ ਉੱਥੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਨੇ ਖੁਦ ਬਣਵਾਇਆ ਸੀ, ਜਿਹੜਾ ਕਿ ਰਾਵੀ ਦੇ ਕੰਢੇ ਤੇ ਹੋਣ ਕਰਕੇ ਉਹ ਪਾਣੀ ਵਿੱਚ ਜਿਹੜਾ ਸੀਗਾ ਉਹ ਰੁੜ ਗਿਆ ਸੀ, ਤੇ ਲੇਟਰ ਔਨ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਬਣਵਾਇਆ ਸੀਗਾ। ਸੋ ਮਾਹੌਲ ਬਾਰੇ ਗੱਲ ਕਰਾਂ ਤੇ ਜਦੋਂ ਅਸੀਂ ਕ੍ਰਾਸ ਕੀਤਾ, ਇੰਨੀ ਸਾਨੂੰ ਕਹਿ ਲਓ ਵੀ ਨਿੱਘ ਮਿਲਿਆ, ਉਹ ਸਾਨੂੰ ਵੀ ਐਂ ਲੱਗਿਆ ਵੀ ਪਤਾ ਨਹੀਂ ਕਿਆ ਸਾਨੂੰ ਖੋਇਆ ਖਜ਼ਾਨਾ ਜਿਵੇਂ ਮਿਲ ਜਾਂਦਾ। ਉਹਨਾਂ ਲੋਕਾਂ ਨੇ ਜਿਹੜੇ ਉਸ ਪਾਸੇ ਸਿਕਿਉਰਿਟੀ ਵਾਲੇ ਸੀ, ਜਿਹੜੇ ਉਹਨਾਂ ਦੇ ਜੋ ਵੀ ਰਿਸੀਵ ਕਰਨ ਵਾਲੇ ਸੀ, ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਅਸੀਂ ਕਿਸ ਤਰ੍ਹਾਂ ਆਪਣੀਆਂ ਅੱਖਾਂ ਦੀਆਂ ਪਲਕਾਂ ਤੇ ਇਹਨਾਂ ਨੂੰ ਬਿਠਾ ਲਈਏ। ਉਹ ਵੀ ਅਸੀਂ ਜਿਵੇਂ ਹੁੰਦਾ ਨਾ ਕਿ ਬਾਡੀ ਲੈਂਗੁਏਜ ਹੁੰਦੀ ਆ, ਅੱਖਾਂ 'ਚ ਅੱਖਾਂ ਪਾ ਕੇ ਦੇਖੋ ਤੇ ਤੁਹਾਨੂੰ ਲੱਗਦਾ ਸੀ ਕਿ ਜਿਵੇਂ ਅਸੀਂ ਤਤਪਰ ਸੀਗੇ, ਇਹ ਵੀ ਕਾਲੇ ਸੀਗੇ। ਉਹਨਾਂ ਨੇ ਸਾਨੂੰ ਬਹੁਤ ਹੀ ਨਿੱਘੇ ਤਰੀਕੇ ਨਾਲ ਸਤਿਕਾਰ ਸਹਿਤ ਇੱਕ ਇੱਕ ਬੰਦੇ ਨੇ ਪੁੱਛਿਆ ਆ ਕੇ, ਔਰ ਅਟੈਂਸ਼ਨ ਦੇਣ 'ਚ ਕੋਈ ਕਸਰ ਬਾਕੀ ਨਹੀਂ ਸੀ। ਸੋ ਮੈਂ ਉਹਨਾਂ ਨੂੰ ਹੈਟਸ ਆਫ ਕਹਿੰਦੀ ਆ ਕਿ ਸਾਡੇ ਉਹ ਕਹਿ ਲਓ ਵੀ ਮਤ ਵੀ ਕਹਿ ਲਓ ਵੀ ਫਰਕ ਹੈਗਾ, ਪਰ ਸਟਿਲ ਉਹਨਾਂ ਦੀਆਂ ਫੀਲਿੰਗ ਜਿਹੜੀਆਂ ਸੀਗੀਆਂ ਉਹ ਸਾਡੇ ਵਾਲੇ ਪਾਸੇ ਨਾਲੋਂ ਵੱਧ ਤਾਂ ਕਹੀਆਂ ਜਾ ਸਕਦੀਆਂ, ਘੱਟ ਨਹੀਂ ਕਹੀਆਂ ਜਾ ਸਕਦੀਆਂ। ਸਿੱਧੂ ਸਾਹਿਬ ਜੀ, ਥੈਂਕ ਯੂ ਡਾਕਟਰ ਸਾਹਿਬ। ਥੈਂਕ ਯੂ ਬੇਟਾ ਜੀ, ਗਰੇਵਾਲ ਜੀ ਨੇ ਜਿਹੜਾ ਸਵਾਲ ਕੀਤਾ ਹੈ, ਗਰੇਵਾਲ ਜੀ ਦਾ ਕਹਿਣਾ ਹੈ ਕਿ ਠੀਕ ਹੈ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣਾ ਚਾਹੀਦਾ ਹੈ, ਉਹਦੇ ਲਈ ਕੇਂਦਰ ਦੀ ਸਰਕਾਰ ਵੀ ਐਫਰਟਸ ਕਰ ਰਹੀ ਹੈ, ਪਰ ਪੰਜਾਬ ਸਰਕਾਰ ਵੱਲੋਂ ਕੋਈ ਕੋਸ਼ਿਸ਼ ਇਸ ਪਾਸੇ ਵੱਲ ਨਹੀਂ ਕੀਤੀ ਗਈ। ਉਹਨਾਂ ਨੇ ਪੰਜਾਬ ਸਰਕਾਰ ਤੇ ਜ਼ਿੰਮੇਵਾਰੀ ਸੁੱਟੀ ਹੈ ਕਿ ਦੋਨੇ ਸਰਕਾਰਾਂ ਮਿਲ ਕੇ ਯੋਗਦਾਨ ਪਾਉਣ ਤਾਂ ਕੋਈ ਨਾ ਕੋਈ ਹੱਲ ਨਿਕਲ ਸਕਦਾ, ਪਰ ਪੰਜਾਬ ਸਰਕਾਰ ਵੱਲੋਂ ਕੋਈ ਉਪਰਾਲਾ ਜਾਂ ਕੇਂਦਰ ਤੱਕ ਪਹੁੰਚ ਨਹੀਂ ਕੀਤੀ ਗਈ ਲਾਂਘਾ ਖੁੱਲਣ ਦੇ ਬਾਰੇ 'ਚ। ਜੀ ਮਿੱਠਾ ਜੀ। ਦੇਖੋ ਇਹ ਗੱਲ ਦੇ ਵਿੱਚ ਕੋਈ ਝੂਠ ਨਹੀਂ ਹੋ ਸਕਦਾ ਕਿ ਜੇ ਮੈਂ ਇਹ ਗੱਲ ਕਹਾਂ ਕਿ ਕੋਸ਼ਿਸ਼ ਕੀਤੀ ਗਈ ਹੈ, ਮੈਂ ਸਗੋਂ ਇਹੀ ਸਮਝਾਂਗਾ ਕਿ ਸ਼ਾਇਦ ਇਹ ਕੋਸ਼ਿਸ਼ ਨਹੀਂ ਕੀਤੀ ਗਈ। ਔਰ ਮੈਂ ਚਾਹਾਂਗਾ ਕਿ ਮੈਂ ਅੱਜ ਹੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗਾ ਕਿ ਸੀਐਮ ਸਾਹਿਬ ਨੂੰ ਮੈਂ ਇੱਕ ਮੈਸੇਜ ਭੇਜ ਕੇ ਔਰ ਇਸ 'ਤੇ ਸਪੈਸ਼ਲ ਅਟੈਂਸ਼ਨ ਦੇਣ ਲਈ ਆਖਾਂ ਕਿ ਕੇਂਦਰ ਨੂੰ ਇੱਕ ਜਿਹੜੀ ਹੈ ਇਸ ਦੇ ਸੰਬੰਧ ਦੇ ਵਿੱਚ ਪੱਤਰ ਲਿਖਣਾ ਬੇਹੱਦ ਜ਼ਰੂਰੀ ਹੈ। ਇਹ ਸੰਗਤਾਂ ਦੀ ਮੰਗ ਹੈ ਔਰ ਇਹ ਸਾਰੇ ਜਿਹੜੇ ਲੋਕ ਨੇ ਉਹ ਇਹ ਚਾਹੁੰਦੇ ਨੇ, ਔਰ ਇਸ ਦੇ ਲਈ ਮੈਂ ਆਪਣਾ ਯੋਗਦਾਨ ਇਸ 'ਚ ਅੱਜ ਹੀ ਜ਼ਰੂਰ ਪਾਵਾਂਗਾ ਤਾਂ ਕਿ ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਕੇਂਦਰ ਨੂੰ ਇਹ ਮੰਗ ਲਿਖੀ ਜਾ ਸਕੇ। ਜੀ ਮਿੱਠਾ ਜੀ, ਇਸ ਮੁੱਦੇ ਤੇ ਮੈਂ ਬ੍ਰੇਕ ਤੋਂ ਪਹਿਲਾਂ ਗਰੇਵਾਲ ਸਾਹਿਬ ਤੋਂ ਜਵਾਬ ਲੈਣਾ ਚਾਹਾਂਗਾ। ਗਰੇਵਾਲ ਜੀ, ਮਿੱਠਾ ਜੀ ਨੇ ਤਾਂ ਕਹਿ ਦਿੱਤੀ ਹੈ ਗੱਲ ਕਿ ਮੈਂ ਮੁੱਖ ਮੰਤਰੀ ਤੱਕ ਵੀ ਪਹੁੰਚ ਕਰਾਂਗਾ, ਪੱਤਰ ਲਿਖਾਂਗਾ ਕਿ ਕੇਂਦਰ ਤੱਕ ਅਪਰੋਚ ਕਰੀ ਜਾਏ, ਪਹੁੰਚ ਕਰੀ ਜਾਏ, ਇਹ ਪਵਿੱਤਰ ਸਥਾਨ ਦੇ ਦਰਸ਼ਨਾਂ ਲਈ ਲਾਂਘਾ ਖੁੱਲਣਾ ਚਾਹੀਦਾ। ਹੁਣ ਸਵਾਲ ਕੇਂਦਰ ਦਾ ਆਉਂਦਾ ਹੈ, ਤੁਸੀਂ ਕਹਿ ਹੀ ਰਹੇ ਸੀ ਕਿ ਕੇਂਦਰ ਵੀ ਇਹਦੇ ਲਈ ਸਰਗਰਮ ਹੈ। ਹੁਣ ਕੇਂਦਰ ਦੀ ਜਵਾਬਦੇਹੀ ਬਾਰੇ ਕੀ ਕਹੋਗੇ ਗਰੇਵਾਲ ਸਾਹਿਬ?
ਇਸ ਤਰ੍ਹਾਂ ਪਹਿਲੀ ਗੱਲ ਤਾਂ ਮਿੱਢਾ ਸਾਹਿਬ ਬਹੁਤ ਸੂਝਵਾਨ ਵਿਅਕਤੀ ਨੇ, ਉਹਨਾਂ ਨੇ ਅਨਨੈਸੈਸਰੀ ਬਹਿਸ 'ਚ ਨਹੀਂ ਪਏ, ਠੀਕ ਕਿਹਾ ਕਿ ਉਹ ਵੀ ਰਿਕੁਐਸਟ ਕਰਨਗੇ। ਅਸੀਂ ਵੀ ਇਹ ਕੰਮ ਕੋਈ ਐਸਾ ਮੁੱਦਾ ਬਹਿਸ ਵਾਲਾ ਨਹੀਂ ਹੈ, ਇਹ ਤਾਂ ਹੋਣਾ ਚਾਹੀਦਾ। ਜਗਤਾਰ ਜੀ, ਮੈਂ ਪਹਿਲਾਂ ਦੱਸ ਰਿਹਾ ਸੀ ਨਾ ਕਿ ਦੁਨੀਆ ਦੇ ਅੰਦਰ ਜਿੱਥੇ ਵੀ ਬੰਜਾਰਾ ਕਮਿਊਨਿਟੀ ਰਹਿੰਦੀ ਆ, ਬਾਹਰ ਵਿਦੇਸ਼ਾਂ 'ਚ ਇਹਨਾਂ ਨੂੰ ਜਿਪਸੀ ਕਹਿੰਦੇ ਆ, ਤੇ ਮੈਂ ਬਹੁਤ ਸਾਰੇ ਲੋਕਾਂ ਇਹਨਾਂ 'ਚ ਮੈਂ ਕਾਫੀ ਕੰਮ ਕੀਤਾ, ਮੈਨੂੰ ਮੌਕਾ ਮਿਲਿਆ, ਤੇ ਉਹ ਆਪਦੇ ਘਰ ਦੇ ਅੰਦਰ ਗੌਰ ਬੋਲੀ ਬੋਲਦੇ ਆ, ਤੇ ਉੱਥੇ ਲੋਕਲ ਭਾਸ਼ਾ ਜੇ ਕਰਨਾਟਕ ਦਾ ਬੰਜਾਰਾ ਕੰਨੜ ਬੋਲਦਾ, ਪਰ ਹਰ ਬੰਜਾਰਾ ਜਿਹੜਾ ਜਿਪਸੀ ਵੀ ਹੈ ਅਗਰ ਇਟਾਲੀਅਨ ਬੋਲਦਾ ਤੇ ਗੌਰ ਬੋਲੀ ਬੋਲਦਾ, ਉੱਥੇ ਗੁਰੂ ਦੀ ਦੇਗ ਜ਼ਰੂਰ ਉਹਨਾਂ ਦੇ ਘਰ 'ਚ ਹੁੰਦੀ ਆ। ਉਹਨਾਂ ਨੂੰ ਕਿ ਨਹੀਂ ਹੈਗਾ ਕਿ ਗੁਰੂ ਕੌਣ ਨੇ, ਤੇ ਇਸੇ ਲਈ ਇਹ ਸਮਝੋ ਕਿ ਗੁਰੂ ਨਾਨਕ ਦੇਵ ਜੀ ਜਿਹੜੇ ਆ ਦੁਨੀਆ ਦੇ ਅੰਦਰ ਕਿੱਥੇ ਕਿੱਥੇ ਉਹਨਾਂ ਨੇ ਪ੍ਰਚਾਰ ਪ੍ਰਸਾਰ ਕੀਤਾ, ਕਿੰਨੇ ਲੋਕਾਂ 'ਚੋਂ ਗਏ, ਤੇ ਉਹਨਾਂ ਉਹ ਜਿੰਨੇ ਮਹਾਨ ਨੇ ਉਹ ਕਿਸੇ ਇੱਕ ਜਾਤੀ ਧਰਮ ਜਾਂ ਕੌਮ ਦੇ ਨਹੀਂ ਹੈਗੇ, ਉਹ ਤਾਂ ਮਾਨਵਤਾ ਦੇ ਲਈ ਸੀ। ਤੇ ਇਸ ਕਰਕੇ ਉਹਨਾਂ ਦੇ ਲਈ ਅਸੀਂ ਕੋਈ ਉਹਨਾਂ ਦੇ ਸਥਾਨ ਦੇ ਲਈ ਅਸੀਂ ਟਿੱਪਣੀ ਕਰੀਏ, ਇਹ ਸਾਡੇ ਲਈ ਸ਼ੋਭਾ ਵੀ ਨਹੀਂ ਦਿੰਦਾ, ਔਰ ਸਾਨੂੰ ਸਾਰਿਆਂ ਨੂੰ ਹੀ ਸੁਹਿਰਦ ਹੋਣਾ ਚਾਹੀਦਾ। ਔਰ ਉਹ ਨਹੀਂ ਗਰੇਵਾਲ ਜੀ, ਕੇਂਦਰ ਦੇ ਬਾਰੇ ਚ ਸਵਾਲ, ਕੇਂਦਰ ਦੇ ਬਾਰੇ ਚ ਸਪਸ਼ਟ ਜਿਹਾ ਸਵਾਲ ਮੈਂ ਪੁੱਛਿਆ ਹੈ ਕਿ ਜਿੱਦਾਂ ਮਿੱਢਾ ਜੀ ਨੇ ਕਿਹਾ ਕਿ ਵੀ ਮੈਂ ਤਾਂ ਪੱਤਰ ਲਿਖਾਂਗਾ, ਆਪਣੀ ਜ਼ਿੰਮੇਵਾਰੀ, ਉਹ ਕਹਿੰਦੇ ਹੋ ਸਕਦਾ ਕਿ ਕੋਤਾਹੀ ਹੋਈ ਹੋਵੇ ਪੰਜਾਬ ਸਰਕਾਰ ਵੱਲੋਂ, ਪਰ ਹੁਣ ਕੇਂਦਰ ਦੀ ਜ਼ਿੰਮੇਵਾਰੀ ਹੈ ਗਰੇਵਾਲ ਜੀ, ਸਪਸ਼ਟ ਗੱਲ ਹੋਣੀ ਚਾਹੀਦੀ ਹੈ ਨਾ। ਠੀਕ ਹੈ ਕਿ ਸਾਰੇ ਨਾਮ ਲੈਵਾ ਸ਼ਰਧਾਲੂ, ਉਹ ਤਾਂ ਵੱਖਰੀ ਗੱਲ ਹੈ, ਪਰ ਕੇਂਦਰ ਦੀ ਜ਼ਿੰਮੇਵਾਰੀ ਤਾਂ ਕੇਂਦਰ ਨੇ ਨਿਭਾਉਣੀ ਹੈ। ਮੈਂ ਜਗਤਾਰ ਜੀ ਤੁਹਾਨੂੰ ਇੱਕੋ ਚੀਜ਼ ਦੱਸਦਾ ਕਿ ਮੋਦੀ ਜੀ ਦੀ ਕਿੰਨੀ ਸ਼ਰਧਾ ਸ੍ਰੀ ਗੁਰੂ ਨਾਨਕ ਦੇਵ ਜੀ 'ਚ। ਉਹਨਾਂ ਨੇ ਆਪ ਕਿਹਾ ਜਦੋਂ ਸਾਡੇ ਨਾਲ ਗੱਲਬਾਤ ਚੱਲ ਰਹੀ ਸੀ ਕਿ ਬਈ ਗੁਰੂ ਨਾਨਕ ਨੇ ਕਿਆ ਕਹਾ ਹੈ, ਨਾਨਕ ਕੋ ਪੜ੍ਹਤੇ ਹੋ। नानक ने कहा है नानक है भी सच, नानक होशी भी सच। मैं जो भी काम करता हूँ सच्चे मन से करता हूँ। उन्होंने कहा मैं सच्चे मन नाल करदा ते नानक कदे हार नहीं सकता। इस करके जित अपनी होनी है, तुसी बहुती चिंता ना करो, आप सच्चे मनो सब करते हैं। जिहड़ी गलबात होगी उन्होंने भी सच्चे मनो, जे साडी कोई गलती हो उहदे च भी सुधार करांगे। इसलिए उन्हों की किन्नी श्रद्धा ते उस स्थान दे जिहड़े दर्शनां दे लई वो कोई यही जी कोताही नहीं कर सकते। कोई ना कोई रीजन दोनों कंट्री होणगे, वो दूर कर लैणगे। तो जदों असी भी अपने वालों प्रयास करांगे, पंजाब बीजेपी की तरफों भी, और कहांगे उत्थे, और इधरों भी। ये कोई इसलिए नहीं कि साडे कोई असीं अपनी कलगी लगानी है, कोई शोभा लैनी है, ये वैसे ही मानवता दे लई। बिल्कुल गरेवाल जी, कलगियां तां ओही लाउंदा है, उसे दी बख्शिश दीयां गल्लां ही होणीआं चाहीदियां। बिल्कुल मेहरबानी तुहाडे व्यू पॉइंट दे लई। आपां एक छोटी जी ब्रेक लैंदे हां, ब्रेक तो बाद इसे ही अहम भाविक ते संजीदा मुद्दे ते आ रहे हैं वापस। नजरिए दी डिबेट दर्शकों का स्वागत। गरेवाल जी, ब्रेक तो पहला जिस मुद्दे ते तुसी चर्चा कर रहे सी, एक अहम सवाल है, वो भी सीधा केंद्र दे नाल जुड़िया हुआ है। देखो, गुरु नानक देव जी दे नाम लेवा दर्शनां लई जिथे जांदे है, काफ़ी लोगों को जिन्हां कोले पासपोर्ट हुंदे है, जो सिस्टम चलता तो पासपोर्ट राही जा सकते हैं, पासपोर्ट की एक शर्त है। पर आप जानते हैं बहुत सारे लोग है पिंडां दूर दराडे वसदे जिन्हां कोले अज भी पासपोर्ट नहीं होंदे, जो प्रक्रिया शामिल नहीं हो सकते। तो कोई ना कोई जिहड़ा सिस्टम जिहड़ा है हुण भी जिहड़े दूरबीन राही दर्शन किए जा रहे हैं सरहदों पार, उत्थे होना चाहिए, इहो जिहा सिस्टम बनना चाहिए कि जिहड़े पासपोर्ट दे नाल अगे नहीं जा सकते, जिन्हां कोले नहीं है, घट्टो घट्ट जिहड़ा हैगा उत्थे भी जिहड़े हैगे दर्शन कर सकण। इहो जिहा सिस्टम बन सकता है, पर केंद्र की प्रवानगी नाल ही पॉसीबल है। देखो, ये दोनों देशों की प्रवानगी नाल पॉसीबल हुंदा। जगतार जी, असीं अपने वालों गल रख देंगे, ये तुहाडी गल बड़ी अहम आ, ते दर्शन सारिਆਂ ਨੂੰ ਹੀ होने चाहिए आ। जे नहीं भी पासपोर्ट हैगा, कोई गुरबत च भी हैगा, उन्होंने तो पहला गुरु के दर्शन होने चाहिए आ स्थान दे। इस करके इहदे च कोई तुहाडी दो रावां नहीं हैगियां किसी दी भी। और तुसीं जो गल कही है वो बिल्कुल जायज़ है। असीं भी मैटर टेकअप करांगे साडी एक्सटर्नल अफेयर मिनिस्ट्री नाल कि वो पाकिस्तान सरकार नाल गल करन। ये तद ही होना, और पंजाब सरकार भी करे तो होर बेहतर होएगा। कोई एक दूजे नाल जिद नहीं है इस मामले च कि एवें कीता एवें नहीं कीता। जिहदी गुरु श्रद्धा होएगी, जिन्होंने गुरु ने आशीर्वाद देना होगा, उहदे कोलों करवा लैंदा हो। ते इस करके मैं कोई ऐसे किसी दे उपर आरोप नहीं इहदे च ला रहे, पर सानू अपनी जिहड़ा एक तरह नाल बई साडी मशहूरी होवे उहदे लई कुछ करना चाहिए। इस मामले च घट्टो घट्ट नहीं करना चाहिए। बाकी असीं जही जी मर्जी राजनीति करिए, वो गल अलग है जी। बिल्कुल जिहड़ा है इस मामले ते मशहूरी जां इस तरह की वडियाई शोहरत लई सोचिया भी नहीं जा सकता। जिस तरह की श्रद्धा, जिस तरह का सत्कार है उस स्थान के प्रति। मिड्डा जी, गरेवाल जी जिस मामले ते सवाल ले रहे हैं, एक तो यह है कि जे पासपोर्ट नहीं है तो हिंदुस्तान की धरती तो जिद्दां दूरबीन दे राही दर्शन करने की गल है, उत्थे इंफ्रास्ट्रक्चर
ਸਿਸਟਮ ਬਣਨਾ ਚਾਹੀਦਾ, ਦੂਰਬੀਨ ਵੱਧ ਲੱਗਣੀਆਂ ਚਾਹੀਦੀਆਂ ਤਾਂ ਕਿ ਵੱਧ ਸੰਗਤਾਂ ਦਰਸ਼ਨ ਕਰ ਸਕਣ। ਉਹਦੇ ਲਈ ਪੰਜਾਬ ਸਰਕਾਰ ਦੇ ਸਹਿਯੋਗ ਦੀ ਗੱਲ ਬਿਲਕੁਲ ਜਿਹੜੀ ਹੈਗੀ ਹੈ ਵਾਜਬ ਗੱਲ ਕਹੀ ਹੈ ਗਰੇਵਾਲ ਜੀ ਨੇ, ਤੇ ਨਾਲ ਹੀ ਕੇਂਦਰ ਨਾਲ ਉਠਾਉਣ ਦੀ ਗੱਲ ਵੀ ਹੈ ਜਦੋਂ ਪਾਸਪੋਰਟ ਦੇ ਮੁੱਦੇ ਦੀ ਗੱਲ ਆਉਂਦੀ ਹੈ, ਕਿਉਂਕਿ ਬਹੁਤ ਸਾਰੇ ਲੋਕ ਆ ਜਿਨ੍ਹਾਂ ਕੋਲੇ ਪਾਸਪੋਰਟ ਨਹੀਂ ਹੁੰਦੇ ਤੇ ਉਧਰ ਨਹੀਂ ਜਾ ਸਕਦੇ। ਜੀ ਰਿੰਪਲ ਮਿੱਡਾ ਜੀ। ਦੇਖੋ ਗੱਲ ਜਿਹੜੀ ਮੈਂ ਗਰੇਵਾਲ ਸਾਹਿਬ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਇਹ ਜਿਹੜਾ ਵਿਸ਼ਾ ਹੈ ਦੋਨਾਂ ਦੇਸ਼ਾਂ ਦੇ ਵਿੱਚ ਜਿਹੜਾ ਮਿਲ ਕੇ ਔਰ ਇਸ ਦੇ ਉੱਤੇ ਇੱਕ ਸਾਂਝੀ ਰਾਇ ਬਣਨ ਤੋਂ ਬਾਅਦ ਹੀ ਇਹ ਇਸ ਤੇ ਅਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ। ਪਰ ਜਿੱਥੋਂ ਤੱਕ ਆਪਣੀ ਸਾਈਡ ਦੇ ਇਨਫਰਾਸਟ੍ਰਕਚਰ ਦੀ ਗੱਲ ਹੈ, ਉਸ ਦੇ ਵਿੱਚ ਜਿੱਥੇ ਕੇਂਦਰ ਸਰਕਾਰ ਨੇ ਆਪਣਾ ਰੋਲ ਨਿਭਾਇਆ, ਉੱਥੇ ਪੰਜਾਬ ਸਰਕਾਰ ਨੇ ਵੀ ਕਾਫੀ ਕੰਮ ਕੀਤਾ ਕਿ ਜਿੱਥੇ ਲੋਕਾਂ ਦੀ ਸਹੂਲੀਅਤ ਦੇ ਲਈ ਔਰ ਜਿਹੜੇ ਦਰਸ਼ਨ ਕਰਨ ਦੇ ਲਈ ਇੰਤਜ਼ਾਮ ਬੇਹੱਦ ਕੀਤੇ ਗਏ। ਪਰ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਕਰੋਨਾ ਦੀ ਵਜ੍ਹਾ ਨਾਲ ਇਹ ਜਿਹੜਾ ਪ੍ਰੋਸੈਸ ਹੈ ਇਸ ਨੇ ਹੋਰ ਇੰਪਰੂਵ ਹੋਣਾ ਸੀ ਔਰ ਇਸ ਦੇ ਵਿੱਚ ਜਿਹੜੀਆਂ ਖਾਮੀਆਂ ਸਾਹਮਣੇ ਆਉਣੀਆਂ ਸਨ ਉਹ ਦੂਰ ਹੋਣੀਆਂ ਸਨ। ਉਹ ਜਿਹੜਾ ਖੜੋਤ ਹੈ ਉਹ ਖੜੋਤ ਹੁਣ ਟੁੱਟਣੀ ਚਾਹੀਦੀ ਹੈ, ਉਸ ਦਾ ਸਮਾਂ ਹੈ। ਮੈਂ ਮਹਿਸੂਸ ਕਰਦਾ ਕਿ ਅੱਜ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਉੱਥੇ ਡੇਰਾ ਬਾਬਾ ਨਾਨਕ ਔਰ ਕਰਤਾਰਪੁਰ ਸਾਹਿਬ ਦੇ ਜਿੱਥੇ ਉੱਥੇ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨੇ, ਉਸ ਦੇ ਨਾਲ ਸ਼ਾਇਦ ਜਿਹੜੇ ਅਸੀਂ ਜਾਂ ਸਰਕਾਰ ਦੇ ਵਿੱਚ ਜਿਹੜੇ ਨੁਮਾਇੰਦੇ ਜਾਂ ਕੇਂਦਰ ਦੇ ਵਿੱਚ ਵੀ ਨੁਮਾਇੰਦੇ ਉਹਨਾਂ ਨੂੰ ਥੋੜਾ ਸ਼ਰਮ ਜ਼ਰੂਰ ਆਈ ਹੈ ਕਿ ਸਾਨੂੰ ਸਾਰਿਆਂ ਨੂੰ ਸਰਦਾਰ ਨਵਜੋਤ ਸਿੰਘ ਸਿੱਧੂ ਵਾਂਗੂ ਉੱਥੇ ਜਾ ਕੇ ਇਸ ਦਿਨ ਦੀ ਇਹ ਮਹੱਤਤਾ ਵਧਾਉਣੀ ਚਾਹੀਦੀ ਸੀ ਔਰ ਇਸ ਦਿਨ ਦੇ ਉੱਤੇ ਆਵਾਜ਼ ਉਠਾਉਣੀ ਚਾਹੀਦੀ ਸੀ ਕਿ ਇਹ ਜਿਹੜਾ ਇੰਨੇ ਉਦਮ ਹੋਏ ਔਰ ਇਹ ਜਿਹੜਾ ਲਾਂਘਾ ਖੁੱਲਿਆ ਉਸ ਦੀ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਸਨੂੰ ਹਟਾ ਕੇ ਇਹ ਬਿਹਤਰ ਸਹੂਲਤਾਂ ਦੇ ਨਾਲ ਔਰ ਸਾਰੇ ਲੋਕਾਂ ਨੂੰ ਖੁੱਲੇ ਦਰਸ਼ਨ ਹੋ ਸਕਣ, ਵੱਧ ਤੋਂ ਵੱਧ ਦਰਸ਼ਨ ਹੋ ਸਕਣ, ਨਿਰਵਿਘਨ ਦਰਸ਼ਨ ਹੋ ਸਕਣ। ਇਸ ਤਰ੍ਹਾਂ ਦਾ ਜਿਹੜਾ ਇੰਤਜ਼ਾਮ ਆਦਾਜ ਬੁਲੰਦ ਆਵਾਜ਼ ਉੱਠਣੀ ਚਾਹੀਦੀ ਸੀ। ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਕਿ ਜਿਹੜਾ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਅੱਜ ਦੇ ਦਿਨ ਦੀ ਮਹੱਤਤਾ ਘੱਟ ਨਹੀਂ ਦਿੱਤੀ। ਓਕੇ, ਥੈਂਕ ਯੂ ਵੈਰੀ ਮਚ। ਡਾਕਟਰ ਸਹੋਤਾ, ਜਿਸ ਇਸ ਮੁੱਦੇ ਤੇ ਆਪਾਂ ਗੱਲ ਕਰਦੇ ਹਾਂ ਉਹਦੇ ਨਾਲ ਇਹ ਵੀ ਗੱਲ ਹੈ ਜਿੱਦਾਂ ਪਾਸਪੋਰਟ ਦਾ ਜ਼ਿਕਰ ਹੋ ਰਿਹਾ ਕਿ ਉਹਦੇ ਨਾ ਹੋਣ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਸ਼ਰਧਾਲੂਆਂ ਨੂੰ ਆਉਂਦੀਆਂ, ਨਹੀਂ ਜਾ ਸਕਦੇ। ਇੱਧਰ ਇਸ ਤਰ੍ਹਾਂ ਦੇ ਇੰਤਜ਼ਾਮ ਹੋਣੇ ਚਾਹੀਦੇ ਆ, ਪ੍ਰਬੰਧ ਹੋਣੇ ਚਾਹੀਦੇ ਆ ਦਰਸ਼ਨ ਕਰਨ ਦੇ ਲਈ। ਇਸ ਦੇ ਨਾਲ ਹੀ ਜਦੋਂ ਸਹੂਲਤਾਂ ਦੀ ਗੱਲ ਕਰਦੇ ਹਾਂ ਕਿਤੇ ਇਹ ਵੀ ਵੱਡੀ ਗੱਲ ਜਿਹੜੀ ਹੈਗੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਾਡੀ ਆਪਾਂ ਕਹਿੰਦੇ ਹਾਂ ਕਿ ਸਿੱਖਾਂ ਦੀ ਸਰਮੌਰ ਜਥੇਬੰਦੀ ਹੈ, ਮਿੰਨੀ ਪਾਰਲੀਮੈਂਟ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ, ਤਾਂ ਇਸ ਪਵਿੱਤਰ ਲਾਂਘੇ ਨੂੰ ਖੁਲਵਾਉਣ ਦੇ ਲਈ ਸ਼੍ਰੋਮਣੀ ਕਮੇਟੀ ਦੀ ਜਿਹੜੀ ਭੂਮਿਕਾ ਹੋਣੀ ਚਾਹੀਦੀ ਹੈ, ਭੂਮਿਕਾ ਆਪਣੀ ਜਗ੍ਹਾ ਵਾਜਬ ਦੀ ਔਰ ਮਿੰਡਾ ਜੀ ਦਾ ਕਹਿਣਾ ਹੈ। ਪਰ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜਿਹੜਾ ਧਾਰਮਿਕ ਜਿਹੜੀ ਸਾਡੀ ਆਸਥਾ ਉਹਦੀ ਨਹੀਂ ਕਰਦੀ ਹੈ, ਚੁਣੀ ਹੋਈ ਨੁਮਾਇੰਦਾ ਜਥੇਬੰਦੀ ਹੈ, ਦਬਾਅ ਜਾਂ ਤਾਂ ਦੀਆਂ ਬੇਨਤੀਆਂ ਨਹੀਂ ਆ ਰਹੀਆਂ ਕਿ ਕਿਉਂ ਨਹੀਂ ਖੋਲਿਆ ਜਾ ਰਿਹਾ ਜਿਹੜਾ ਹੈਗਾ ਪ੍ਰਸਾਦ ਦਾ ਲਾਂਘਾ, ਤੇ ਉਹਦੀ ਜ਼ਿੰਮੇਵਾਰੀ ਜਾਂ ਉਹਦੀ ਭੂਮਿਕਾ ਜਿਹੜੀ ਉਹ ਵੀ ਗੈਰ ਨਜ਼ਰ ਆ ਰਹੀ ਹੈ। ਡਾਕਟਰ ਸੋਹਤਾ ਸਿੱਧੂ ਸਾਹਿਬ, ਮੈਂ ਇਹਦੇ ਬਾਰੇ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਸ ਸਾਲ ਪਹਿਲਾਂ ਲਾਂਘਾ ਖੁੱਲਿਆ ਅਸੀਂ ਵਿਜ਼ਿਟ ਕੀਤੀ, ਉਸ ਸਾਲ ਵੀ ਜਿਹੜਾ ਸੀਗਾ ਜਿਹੜਾ ਆਪਾਂ ਅਗਰ ਨਿਰਪੱਖ ਰਾਏ ਰੱਖੀਏ ਤੇ ਸਾਡੇ ਵਾਲੇ ਪਾਸੇ ਜਿਹੜਾ ਸਰਕਾਰ ਵੱਲੋਂ ਬਹੁਤ ਅੱਛੇ ਪ੍ਰਬੰਧ ਸੀਗੇ। ਸ਼ਰਧਾਲੂਆਂ ਦੇ ਰਹਿਣ ਵਾਸਤੇ ਬੜੀਆਂ ਅੱਛੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਸੀਗੀਆਂ। ਭਾਵੇਂ ਕਾਫੀ ਬਾਰਿਸ਼ ਵਗੈਰਾ ਹੋਣ ਨਾਲ ਡੈਮੇਜ ਹੋਇਆ ਸੀ, ਲੇਕਿਨ ਕਾਫੀ ਅੱਛੇ ਐਗਜ਼ੀਬਿਸ਼ਨ ਵਗੈਰਾ ਬਹੁਤ ਅੱਛਾ ਸੀ। ਲੇਕਿਨ ਜਿਹੜਾ ਜਿੰਨਾ ਸੰਗਤਾਂ ਦਾ ਉਤਸ਼ਾਹ ਸੀਗਾ ਸਿੱਧੂ ਸਾਹਿਬ, ਉਹ ਉਹਨਾਂ ਨਹੀਂ ਪੂਰਾ ਹੋ ਸਕਿਆ। ਮੈਨੂੰ ਤਾਂ ਯਾਦ ਆ ਕਿ ਹਜ਼ਾਰਾਂ ਨਹੀਂ, ਕਈ ਹਜ਼ਾਰਾਂ ਜਿਹੜੀ ਸੰਗਤਾਂ ਸੀਗੀਆਂ ਉਹ ਬਾਰਡਰ ਤੇ ਬੱਸਾਂ ਤੇ ਚੜ ਕੇ ਦੇਖ ਰਹੀਆਂ ਸੀ, ਕਿਉਂਕਿ ਜਿਹੜੀਆਂ ਫਾਰਮੈਲਿਟੀ ਸੀਗੀਆਂ, ਜਿਵੇਂ ਤੁਸੀਂ ਕਿਹਾ ਸਭ ਕੋ ਪਾਸਪੋਰਟ ਨਹੀਂ ਸੀਗੇ, ਜਾਂ ਜਿਨ੍ਹਾਂ ਨੂੰ ਆਨਲਾਈਨ ਜਿਹੜਾ ਅਪਲਾਈ ਕਰਨਾ ਜਾਂ ਇਹੋ ਜਿਹੀਆਂ ਜਿਹੜੀਆਂ ਸੀਗੀਆਂ ਟਿਕਲਿਸ਼ ਇਸ਼ੂਜ਼ ਜਿਹੜੇ ਸੀਗੇ ਉਹਨਾਂ ਨੂੰ ਟੈਕਲ ਕਰਨ ਵਾਸਤੇ ਕਾਮਨ ਮੈਨ ਅਸਮਰੱਥ ਸੀਗਾ। ਉਸ ਟਾਈਮ ਤੇ ਕਾਫੀ ਨਿਰਾਸ਼ਤਾ ਹੋਈ ਕਿ ਉਹ ਉੱਥੇ ਸਾਨੂੰ ਪੁੱਛਦੇ ਸੀਗੇ ਕਿ ਤੁਹਾਡੇ ਤੱਕ 10,000 ਸ਼ਰਧਾਲੂ ਅੱਜ ਆ ਸਕਦਾ ਹੈ, ਤੇ ਉਸ ਹਿਸਾਬ ਨਾਲ ਨੰਬਰ ਬੜਾ ਘੱਟ ਹੈਗਾ। ਸੋ ਸਾਨੂੰ ਖੁਦ ਨੂੰ ਥੋੜਾ ਮਾਯੂਸੀ ਹੋਈ ਕਿ ਇਸ ਦਿਨ ਤੇ ਤਾਂ ਸਰਕਾਰਾਂ ਨੂੰ ਆਪਣਾ ਪੂਰਾ ਜ਼ੋਰ ਲਾ ਦੇਣਾ ਸੀ, ਭਾਵੇਂ ਸਟੇਟ ਸੀ, ਮੇਨ ਤਾਂ ਸੈਂਟਰ ਦਾ ਰੋਲ ਸੀ ਨਾ ਕਿ ਉਹਨਾਂ ਸ਼ਰਤਾਂ ਨੂੰ ਨਰਮ ਕਰਾਉਣਾ ਜਾਂ ਦੂਸਰੇ ਕੰਟਰੀ ਦੀ ਸਰਕਾਰ ਦੇ ਨਾਲ ਮਿਲ ਕੇ ਕੋਈ ਗੱਲਬਾਤ ਕਰਨੀ। ਸੋ ਉਹ ਜਿਹੜਾ ਸੀ ਕਾਫੀ
ਲਾਪਰਵਾਹੀ ਮੈਂ ਵਰਡ ਯੂਜ਼ ਕਰੂੰਗੀ, ਅਗਰ ਥੋੜੀ ਜਿਹੀ ਪਰਵਾਹ ਕੀਤੀ ਹੁੰਦੀ ਤਾਂ ਕਾਫੀ ਲੋਕ ਦਰਸ਼ਨ ਕਰ ਪੈਂਦੇ। ਮੈਂ ਖੁਦ, ਮੈਨੂੰ ਸੀਨ ਅੱਜ ਵੀ ਨਜ਼ਰ ਆਉਂਦਾ ਹੈ ਕਿ ਜਿਸ ਤਰ੍ਹਾਂ ਲੋਕੀ ਉੱਥੇ ਬੇਬਸ ਹੋ ਕੇ ਦੇਖ ਰਹੇ ਸੀਗੇ ਕਿ ਗੁਰੂ ਧਾਮ ਦੇ ਦਰਸ਼ਨ ਅਸੀਂ ਕਿਵੇਂ ਕਰੀਏ। ਜਿਹੜੀ ਹੈਗੀ ਦੂਰਬੀਨਾਂ ਨਾਲ ਗੱਲ, ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਬਹੁਤ ਐਡਵਾਂਸਮੈਂਟ 'ਚ ਚੱਲ ਜਾਂਦੇ ਹਾਂ। ਅਸੀਂ ਇਹ ਨਹੀਂ ਕਰਦੇ ਕਿ ਜਿਹੜਾ ਫਿਜ਼ੀਕਲੀ ਪੋਸੀਬਲ ਹੈਗਾ, ਹੋਰ ਆਪਾਂ ਸਾਰੇ ਕੰਮ ਕਰ ਰਹੇ ਹਾਂ, ਰੈਲੀਆਂ ਕਰ ਰਹੇ ਹਾਂ, ਮੁਜ਼ਾਹਰੇ ਕਰ ਰਹੇ ਹਾਂ, ਬਾਕੀ ਮੁਲਕਾਂ ਦੀਆਂ ਯਾਤਰਾ ਕਰ ਰਹੇ ਹਾਂ, ਹੋਰ ਸਾਰਾ ਕੁਝ ਕਰ ਰਹੇ ਹਾਂ। ਸਿਰਫ ਕਰਤਾਰਪੁਰ ਜਾਣ ਵਾਸਤੇ ਕਰੋਨੇ ਦੀ ਪ੍ਰੋਬਲਮ, ਸਿਰਫ ਕਰਤਾਰਪੁਰ ਜਾਣ ਵਾਸਤੇ ਇਹ ਨੈਗਲੀਜੈਂਸ ਹੈਗੀ ਹੈ, ਸਿਰਫ ਕਰਤਾਰਪੁਰ ਉਸ ਗੁਰਧਾਮ ਵਾਸਤੇ। ਭਾਵੇਂ ਗਰੇਵਾਲ ਸਾਹਿਬ ਨੇ ਬਹੁਤ ਹੀ ਆਪਣੀ ਰੂਹ ਦੀਆਂ ਗੱਲਾਂ ਕੀਤੀਆਂ ਨੇ, ਪਰ ਮੈਨੂੰ ਲੱਗਦਾ ਕਿ ਅਗਰ ਇਹੀ ਰੂਹ ਇਹ ਸਰਕਾਰ ਦੀ ਹੈ, ਸਾਡੀ ਯੂਨੀਅਨ ਗਵਰਨਮੈਂਟ ਦੀ, ਤੇ ਇਹ ਵੱਡਾ ਇਸ਼ੂ ਹੈ। ਅਗਰ ਅਸੀਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਈਏ, ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਈਏ, ਸੋ ਸਮਹਾਉ ਜੇ ਆਪਾਂ ਨਿਰਪੱਖ ਵਿਊ ਲਈਏ ਤਾਂ ਦੇयर ਇਜ਼ ਨੈਗਲੀਜੈਂਟ ਐਂਡ ਲਿਊਕਵਾਰਮ ਰਿਸਪੌਂਸ ਫਰੋਮ ਦਾ ਸਾਈਡ ਆਫ ਦਾ ਗਵਰਨਮੈਂਟ। ਤੁਸੀਂ ਇਸ ਟਾਈਮ ਤੇ ਦੋਹਾਂ ਦਾ ਕਹਿ ਲਓ, ਪਰ ਸਾਡੇ ਵਾਲੇ ਪਾਸੇ ਬਹੁਤ ਬਾਖੂਬ ਸੀਗਾ, ਬਹੁਤ ਸੋਹਣਾ ਸੀਗਾ ਹਰ ਤਰ੍ਹਾਂ ਦੇ ਨਾਲ ਸ਼ਰਧਾਲੂਆਂ ਵਾਸਤੇ। ਲੇਕਿਨ ਉਧਰ ਜਾ ਕੇ ਬੰਦੇ ਪਹੁੰਚ ਹੀ ਨਹੀਂ ਸਕੇ। ਐਡਾ ਇਤਿਹਾਸਕ ਦਿਹਾੜਾ ਹੋਵੇ, ਮੁੱਦਤਾਂ ਬਾਅਦ ਸਾਨੂੰ ਸੰਗਤ ਨੂੰ ਉਸ ਥਾਂ ਤੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੋਵੇ, ਲੇਕਿਨ ਉਹ ਲੋਕੀ ਅਵੇਲ ਨਾ ਕਰ ਸਕਣ। ਇੱਕ ਰੱਖ ਲਈ ਜੀ ਉਹਨਾਂ ਨੇ ਪਤਾ ਨਹੀਂ ਕੁਛ 200-400 ਰੁਪਇਆ ਫੀਸ ਰੱਖ ਲਈ, ਉਹਦੇ ਤੇ ਸਿਆਸਤ ਹੋਣ ਲੱਗੀ। ਜਿਨ੍ਹਾਂ ਨੇ ਕਰੋੜਾਂ ਰੁਪਏ ਉਹਨਾਂ ਸਰਕਾਰਾਂ ਦੇ ਉਹ ਲੁਬਾਵਦੇ ਹੈਗੇ ਕਿ ਅਸੀਂ ਉੱਥੇ ਇੰਨਾ ਖਰਚ ਕਰ ਦਿੰਦੇ ਹਾਂ ਮੇਲਿਆਂ ਮੁਸਾਵਿਆਂ ਤੇ, ਰੈਲੀਆਂ ਤੇ, ਕਿ ਉਹ ਕੀ ਬਹੁਤਾ ਸੀਗਾ। ਮੇਰਾ ਨਟਸ਼ੈਲ ਵਿੱਚ ਸਿੱਧੂ ਸਾਹਿਬ ਕਹਿਣਾ ਹੈਗਾ, ਇਹ ਸਮੂਹ ਸੰਗਤ ਨੂੰ ਜਾਂ ਜਿਹੜੇ ਨੁਮਾਇੰਦੇ ਨੇ ਜਾਂ ਸਰਕਾਰ 'ਚ ਆਪਣਾ ਹੱਥ ਰੱਖਦੇ ਨੇ ਕਿ ਕਿਸੇ ਚੀਜ਼ ਤੋਂ, ਪੋਲਿਟਿਕਸ ਤੋਂ ਬਖਸ਼ ਦੇਣਾ ਚਾਹੀਦਾ ਹੈ। ਸੋ ਇਹ ਜਿਹੜਾ ਮੁੱਦਾ ਹੈਗਾ, ਇਸ ਨੂੰ ਬਿਲਕੁਲ ਇਨਸਾਨੀਅਤ ਦਾ ਮੁੱਦਾ ਲੈ ਕੇ ਉਸ ਲਾਂਘੇ ਨੂੰ ਤੁਰੰਤ ਖੁਲਾਉਣਾ ਚਾਹੀਦਾ ਹੈਗਾ। ਜਿਵੇਂ ਵੀ ਹੋ ਸਕਦਾ ਸੰਗਤ ਦੀ ਤੁਹਾਨੂੰ ਲੋੜ ਹੈਗੀ ਆ ਜਾਂ ਪੋਲੀਟੀਕਲ ਪਾਰਟੀਆਂ ਨੂੰ ਵੀ ਇਸ ਤੋਂ ਅਵੱਬ ਉੱਠ ਕੇ ਕਰਨਾ ਚਾਹੀਦਾ ਹੈਗਾ ਜੀ। ਥੈਂਕ ਯੂ। ਮਿਹਰਬਾਨੀ, ਤੁਹਾਡੀ ਗੱਲ ਆ ਗਈ ਹੈ। ਗਰੇਵਾਲ ਸਾਹਿਬ ਡਾਕਟਰ ਸਹੋਤਾ ਨੇ ਕਿਹਾ ਕਿ ਕੋਈ ਗੱਲ ਤਾਂ ਰਾਜਨੀਤੀ ਤੋਂ ਬਖਸ਼ ਦੇਣੀ ਚਾਹੀਦੀ ਹੈ। ਠੀਕ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ, ਪਾਕਿਸਤਾਨ ਤੇ ਹਿੰਦੁਸਤਾਨ ਦੀਆਂ ਸਰਕਾਰਾਂ ਨੇ ਪਹਿਲ ਕਦਮੀ ਕੀਤੀ, ਕੋਈ ਸ਼ੱਕ ਹੀ ਨਹੀਂ ਦੋਹਾਂ ਸਰਕਾਰਾਂ ਦੀ ਸਹਿਮਤੀ ਬਗੈਰ ਨਹੀਂ ਖੁੱਲ ਸਕਦਾ ਸੀ। ਪਰ ਉਹਨਾਂ ਨੇ ਇਹ ਵੀ ਕਿਹਾ ਕਿ ਹਜ਼ਾਰਾਂ ਸ਼ਰਧਾਲੂ ਇਸ ਕਰਕੇ ਮੁੜ ਗਏ ਕਿਉਂਕਿ ਆਉਣ ਜਾਣ ਦੇ ਤੇ ਸਿਸਟਮ ਦੇ ਟੈਕਨੀਕਲ ਤੌਰ ਤੇ ਪ੍ਰਬੰਧ ਇੰਨੇ ਨਾਕਸ ਸੀ ਕਿ ਉਧਰ ਜਾ ਹੀ ਨਹੀਂ ਸਕਦੇ। ਕਿਉਂ ਨਹੀਂ ਇਹ ਸਹੂਲਤਾਂ 'ਚ ਵਾਧਾ ਕੀਤਾ ਜਾਂਦਾ ਜਾਂ ਅੜਚਣਾਂ ਦੂਰ ਕੀਤੀਆਂ ਜਾਂਦੀਆਂ? ਅੜਚਣਾਂ ਦੂਰ ਕਰਨ ਦੀ ਗੱਲ ਛੱਡੋ, ਹੁਣ ਤਾਂ ਜਿਵੇਂ ਕਹਿੰਦੇ ਉਹ ਮੁੱਦਾ ਹੀ ਖਤਮ ਕਰਿਆ ਪਿਆ। ਕਰਤਾਰਪੁਰ ਸਾਹਿਬ ਦਾ ਲਾਂਘਾ ਹੀ ਨਹੀਂ ਖੁੱਲ ਰਿਹਾ। ਡਾਕਟਰ ਸਾਹਿਬ ਅੜਚਣਾਂ ਦੀ ਗੱਲ ਕਹਿ ਰਿਹਾ, ਬਿਲਕੁਲ ਸਹੀ ਗੱਲ ਕਹਿ ਰਿਹਾ ਕਿ ਇੰਨੇ ਲੋਕ ਮੁੜ ਗਏ। ਹੁਣ ਤਾਂ ਉਧਰ ਧਰਤੀ ਤੇ ਕਦਮ ਰੱਖਣ ਦੇ ਲਈ ਵੀ ਜਿਹੜੀ ਹੈਗੀ ਹੈ ਇਸ ਵੇਲੇ ਇਜਾਜ਼ਤ ਨਹੀਂ ਹੈ। ਘੱਟੋ ਘੱਟ ਇਹ ਗੱਲ ਤਾਂ ਖੁੱਲਣੀ ਚਾਹੀਦੀ ਹੈ। ਗਰੇਵਾਲ ਸਾਹਿਬ। ਜਗਤਾਰ ਜੀ, ਗੱਲ ਇਹ ਹੈ ਕਿ ਸਾਡੀ ਸਰਕਾਰ ਵੱਲੋਂ ਕੋਈ ਐਸੀ ਗੱਲ ਨਹੀਂ ਹੈ। ਆਰੋਪ ਲਾਉਣੇ ਬੜੇ ਆਸਾਨ ਹੁੰਦੇ ਆ। ਜਦੋਂ ਸਿਸਟਮ 'ਚ ਆਪਾਂ ਜਾਂਦੇ ਹਾਂ ਉਸ ਵੇਲੇ ਕੰਮ ਕਰਨੇ ਕਿ ਕੋਈ ਸਾਹਮਣੇ ਦੂਸਰੇ ਦੇਸ਼ ਦੀ ਸਰਕਾਰ ਤੇ ਉਹਦੇ ਨਾਲ ਗੱਲ ਕਰਨੀ ਆ। ਤੁਹਾਨੂੰ ਗਰੇਵਾਲ ਸਾਹਿਬ ਆਰੋਪ ਨਾ ਕਰੋ, ਐਕਸਕਿਊਜ਼ ਮੀ, ਇਹ ਆਰੋਪ ਨਹੀਂ, ਅਸਲੀਅਤ ਤੋਂ ਜਾਣਕਾਰੂ ਤੁਹਾਨੂੰ ਕੀਤਾ ਹੈਗਾ ਜੀ। ਚਲੋ ਮੈਨੂੰ ਮੇਰੀ ਗੱਲ ਕਹਿ ਲੈਣ ਦੇ ਭੈਣ ਜੀ। ਗੱਲ ਇਹ ਹੈ ਕਿ ਇਹਦੇ 'ਚ ਅਸੀਂ ਇੱਕ ਦੂਜੇ ਨੂੰ ਅਕਿਊਜ਼ ਕਰੀਏ, ਉਹ ਵੀ ਕਰਨ ਵਾਲੀ ਗੱਲ ਨਹੀਂ ਹੈ। ਇਹਦਾ ਇੱਕ ਤਰ੍ਹਾਂ ਨਾਲ ਪੂਰੀ ਮਾਨਵਤਾ ਦੀ ਗੱਲ ਕੀਤੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, ਤੇ ਕਿਸੇ ਇੱਕ ਜਾਤੀ ਧਰਮ ਜਾਂ ਵਰਗ ਦੀ ਨਹੀਂ ਕੀਤੀ। ਹੁਣ ਬੇਸ਼ੱਕ ਲੋਕ ਗੱਡੀਆਂ ਪਾ ਰਹੇ ਆ, ਉਹ ਗੱਲ ਅਲੱਗ ਆ, ਤੇ ਉਹਨਾਂ ਦੇ ਲਈ ਇਸ ਤਰ੍ਹਾਂ ਦੀ ਸੋਚ ਰੱਖਣਾ ਸਾਡੀ ਸਰਕਾਰ ਤਾਂ ਘੱਟੋ ਘੱਟ ਮੈਨੂੰ ਪਤਾ ਕਿ ਮੋਦੀ ਜੀ ਇੱਦਾਂ ਦੀ ਸੋਚ ਨਹੀਂ ਰੱਖਦੇ। ਔਰ ਪੂਰੀ ਸੁਹਿਰਦਾ ਔਰ ਜਲਦੀ ਤੋਂ ਜਲਦੀ ਜੋ ਵੀ ਲਾਂਘਾ ਖੋਲ੍ਹਣ ਦੀ ਕਵਾਇਦ ਆ ਉਹ ਹੋਣੀ ਚਾਹੀਦੀ ਹੈ। ਪਹਿਲਾਂ ਸਿਚੁਏਸ਼ਨ ਹੀ ਐਸੀ ਆ ਗਈ ਸੀ ਕੋਵਿਡ ਦੇ ਦੌਰਾਨ ਕਿ ਬਿਲਕੁਲ ਗਰੇਵਾਲ ਜੀ, ਚਲੋ ਉਹ ਸਥਿਤੀ ਦਾ ਲੰਘ ਗਈ, ਬਿਲਕੁਲ ਠੀਕ ਹੈ। ਬਹੁਤ ਭੁਗਤਿਆ ਲੋਕਾਂ ਨੇ, ਬਹੁਤ ਜ਼ਿਆਦਾ ਭੁਗਤਿਆ, ਇਹ ਤਾਂ ਕੋਈ ਸ਼ੱਕ ਨਹੀਂ। ਪਰ ਇਸ ਵੇਲੇ ਸਥਿਤੀ ਨਹੀਂ ਹੈ ਜਿਹਦੇ ਕਰਕੇ ਸਵਾਲ ਉਠਾਇਆ ਜਾ ਰਿਹਾ ਹੈ। ਔਰ ਅਸੀਂ ਉਮੀਦ ਕਰਦੇ ਹਾਂ, ਤੁਸੀਂ ਭਾਜਪਾ ਦੇ ਸਪੋਕਸਪਰਸਨ ਤਾਂ ਹੈ ਹੀ, ਪਰ ਸੀਨੀਅਰ ਨੇਤਾ ਹੋ, ਪੰਜਾਬ ਦੀ ਨੁਮਾਇੰਦਗੀ ਕਰਦੇ ਹੋ, ਔਰ ਕਿੰਨੀ ਕੁ ਆਸਥਾ ਹੈਗੀ ਹੈ ਗੁਰੂ ਨਾਨਕ ਦੇਵ ਜੀ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ। ਤੁਹਾਡੇ ਤੋਂ ਵੱਧ ਜਿੰਨੇ ਹੋਰ ਲੋਕ ਆ ਤੁਸੀਂ ਵੀ ਕਿਸੇ ਤੋਂ ਘੱਟ ਨਹੀਂ ਜਾਣਦੇ ਹੋਵੋਗੇ। ਸੋ ਇਸ ਮੁੱਦੇ ਦੇ ਉੱਤੇ ਜਿਹੜਾ ਹੈਗਾ ਕੇਂਦਰ ਵੱਲੋਂ ਕੋਈ ਕਾਰਵਾਈ ਦਾ ਗਰੇਵਾਲ ਜੀ ਹੋਣੀ ਚਾਹੀਦੀ ਹੈ ਨਾ। ਤੇ ਹੋਏਗੀ, ਕਿਉਂ ਨਹੀਂ ਹੋਏਗੀ ਜਗਤਾਰ ਜੀ। ਇੱਕ
ਸੈਕਿੰਡ ਤਾਂ ਗੱਲ ਨਹੀਂ ਹੋ ਜਾਂਦੀ, ਅਸੀਂ ਵੀ ਗੱਲ ਹੈ ਔਰ ਪੰਜਾਬ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ। ਚਲੋ ਸਰਕਾਰ ਨਾਲ ਕਰਾਂਗੇ। ਮਿਹਰਬਾਨੀ, ਜਦੋਂ ਕਿਤੇ ਔਰ ਜੀ 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 ਇਸ ਮੁੱਦੇ ਤੇ ਕਾਰਵਾਈ ਦੂਜੀ ਗੱਲ ਹੋਏਗੀ ਇਹ ਹੈ ਗਰੇਵਾਲ ਕਿ ਜੀ, ਉਚੇਚੇ ਤੌਰ ਤੇ ਤੁਹਾਨੂੰ ਬਿਲਕੁਲ ਬੈਚ ਦੁਆਰਾ ਬੁਲਾਵਾਂਗੇ। ਮਿਹਰਬਾਨੀ, ਕੋਈ ਇੱਕ ਗੱਲ ਹੋਰ ਨਹੀਂ। ਅਹਿਮ ਸਵਾਲ ਜਿਹੜਾ ਇਸ ਗਰੇਵਾਲ ਜੀ ਮਿਹਰਬਾਨੀ, ਇਸੇ ਮਾਮਲੇ ਨਾਲ ਰਿੰਪਲ ਮਿੱਡਾ ਜੀ, ਕਿਧਰੇ ਇਹ ਵੀ ਹੈ ਕਿ ਜਿਹੜੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਾਰਡਰ ਖੋਲਣ ਦੀ ਗੱਲ ਹੁੰਦੀ ਹੈ ਤਾਂ ਕੁਛ ਜਿਹੜੀਆਂ ਫੋਰਸੇਜ ਇਹੋ ਜਿਹੀਆਂ ਹੈ ਜਿਨ੍ਹਾਂ ਦੇ ਇੰਟਰਸਟ ਹੈ ਕਿ ਜੇ ਬਾਰਡਰ ਖੁੱਲਦੇ ਆ ਤਾਂ ਜਿੱਥੇ ਪਾਕਿਸਤਾਨ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਆਰਥਿਕ ਤੌਰ ਤੇ ਉੱਥੋਂ ਦੇ ਕਿਸਾਨਾਂ ਨੂੰ, ਆਮ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ। ਇੱਦਾਂ ਹੀ ਜਿਹੜੇ ਪੰਜਾਬੀ ਹੈ, ਪੰਜਾਬ ਦਾ ਕਿਸਾਨ ਹੈ ਜਿਹੜਾ ਲੰਮੇ ਦਿਨਾਂ ਤੋਂ ਸਟਰਗਲ ਕਰ ਰਿਹਾ, ਜਦੋਜਹਿਦ ਕਰ ਰਿਹਾ, ਉਹਨਾਂ ਦੇ ਵੀ ਭਲੇ ਦੀ ਗੱਲ ਹੋ ਸਕਦੀ ਹੈ। ਕਿਉਂਕਿ ਹੁਣ ਜਿਹੜਾ ਕੁਝ ਮੁੰਬਈ ਦੇ ਰਾਹੀਂ ਜਾਂ ਦੂਜੇ ਮੁਲਕਾਂ ਦੇ ਰਾਹੀਂ, ਸਮੁੰਦਰ ਦੇ ਰਾਹੀਂ ਆਉਂਦਾ ਹੈ, ਜੇ ਬਾਰਡਰ ਦੇ ਰਾਹੀਂ ਆਉਣ ਲੱਗ ਜੇ ਤੇ ਬਾਰਡਰ ਰਾਹੀਂ ਜਾਣ ਲੱਗ ਜੇ ਤਾਂ ਕਿੰਨਾ ਕਾਰੋਬਾਰ 'ਚ ਵਾਧਾ ਹੋਏਗਾ ਔਰ ਸਭ ਤੋਂ ਵੱਡਾ ਫਾਇਦਾ ਪੰਜਾਬੀਆਂ ਨੂੰ ਹੋਏਗਾ। ਕਿਤੇ ਲੱਗਦਾ ਹੈ ਕਿ ਇਹੋ ਜਿਹੀਆਂ ਫੋਰਸਿਸ ਵੀ ਹੈ ਜਿਹੜੀਆਂ ਚਾਹੁੰਦੀਆਂ ਕਿ ਬਾਰਡਰ ਖੁੱਲਣਾ ਨਹੀਂ ਚਾਹੀਦਾ, ਖੁਸ਼ਕ ਬੰਦਰਗਾਹ ਦੀ ਥਾਂ ਤੇ ਸਮੁੰਦਰੀ ਰਸਤੇ ਹੀ ਆਉਣਾ ਚਾਹੀਦਾ ਸਾਰਾ ਕੁਝ। ਦੇਖੋ ਸਿੱਧੂ ਸਾਹਿਬ, ਤੁਸੀਂ ਜਿਹੜਾ ਪਹਿਲੂ ਛੂਹਣ ਦੀ ਕੋਸ਼ਿਸ਼ ਕੀਤੀ ਹੈ ਉਹ ਇਹੀ ਹੈ ਕਿ ਕਾਰਪੋਰੇਟਸ ਜਿਹੜੇ ਨੇ ਉਹ ਇਸ ਚੀਜ਼ ਦੇ ਜਿਹੜੇ ਅਗੇਂਸਟ ਨੇ, ਜਦੋਂ ਕਿ ਸਭ ਨੂੰ ਪਤਾ ਹੈ ਕਿ ਜਿਹੜਾ ਵਪਾਰ ਪਾਕਿਸਤਾਨ ਤੇ ਭਾਰਤ ਦੇ ਵਿੱਚ ਜੇ ਵਪਾਰ ਖੁੱਲ੍ਹਦਾ ਹੈ ਤਾਂ ਉਸ ਦਾ ਸਭ ਤੋਂ ਵੱਡਾ ਲਾਭ ਜਿਹੜਾ ਪੰਜਾਬ ਨੂੰ ਹੋਣਾ ਹੈ। ਔਰ ਉਸ ਦੇ ਵਿੱਚ ਬਹੁਤ ਚੀਜ਼ਾਂ ਦੀ ਕਿਉਂਕਿ ਜਿਹੜਾ ਵੈਦਰ ਹੈ ਔਰ ਜਿਹੜੀਆਂ ਚੀਜ਼ਾਂ ਦੀ ਵਰਤੋਂ ਅਸੀਂ ਕਰਦੇ ਹਾਂ ਜਾਂ ਸਾਡੀਆਂ ਚੀਜ਼ਾਂ ਦੀ ਵਰਤੋਂ ਉਹ ਕਰਦੇ ਨੇ, ਇਹ ਬੜੀਆਂ ਕਾਮਨ ਨੇ। ਔਰ ਇਸ ਦੇ ਲਈ ਜਿਹੜਾ ਹੈ ਇਸ ਸੂਬੇ ਨੂੰ ਆਰਥਿਕ ਤੌਰ ਦੇ ਉੱਤੇ ਵੀ, ਕਿਸਾਨਾਂ ਨੂੰ ਵੀ ਆਰਥਿਕ ਤੌਰ ਦੇ ਉੱਤੇ ਇਸ ਦਾ ਲਾਭ ਮਿਲ ਸਕਦਾ ਹੈ। ਪਰ ਇਸ ਦੇ ਵਿਚਾਰ ਜਿਹੜੀ ਨਾ ਕਰ ਸਕਣੀ, ਇਹ ਇੱਕ ਮੰਦਭਾਗੀ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਜੇ ਇਹ ਕਰਤਾਰਪੁਰ ਸਾਹਿਬ ਲਾਂਘੇ ਦੀ ਜਿਹੜੀ ਸ਼ੁਰੂਆਤ ਹੋਈ ਸੀ, ਉਸ ਦੇ ਬੜੇ ਮਾਇਨੇ ਸਨ ਔਰ ਉਸ ਤੋਂ ਬਹੁਤ ਵੱਡੀਆਂ ਆਸਾਂ ਤੇ ਉਮੀਦਾਂ ਸਨ। ਇਸ ਦੇ ਵਿੱਚ ਜਿੱਥੇ ਦੋਨਾਂ ਦੇਸ਼ਾਂ ਦੇ ਵਿੱਚ ਕੜਵਾਹਟ ਕੱਟਣੀ ਸੀ, ਜਿੱਥੇ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਦੋਸਤੀ ਵਧਣੀ ਸੀ, ਜਿੱਥੇ ਇਹਨਾਂ ਦੇਸ਼ਾਂ ਦੇ ਵਿੱਚ ਸਾਰੀਆਂ ਗੱਲਾਂ ਦਾ ਜਿਹੜਾ ਪਸਾਰ ਹੋਣਾ ਸੀ, ਉਸ ਦੇ ਵਿੱਚ ਵਪਾਰ ਵੀ ਇੱਕ ਆਸ ਲਾਈ ਜਾ ਰਹੀ ਸੀ ਕਿ ਜੇਕਰ ਕਰਤਾਰਪੁਰ ਸਾਹਿਬ ਲਾਂਘੇ ਤੋਂ ਬਾਅਦ ਇੱਕ ਚੰਗਾ ਮਾਹੌਲ ਸਿਰਜਿਆ ਗਿਆ ਤਾਂ ਇਸ ਦੇ ਲਈ ਜਿਹੜਾ ਇਹ ਵਪਾਰ ਵੀ ਜਿਹੜਾ ਇੱਥੇ ਵਧੇਗਾ ਔਰ ਸਾਡੇ ਦੋਨਾਂ ਦੇਸ਼ਾਂ ਦੇ ਵਿੱਚ ਜਿਹੜਾ ਆਵਾਜਾਈ ਜਿਹੜੀ ਨਿਰਵਿਘਨ ਹੋਏਗੀ। ਇਸ ਦਾ ਬਹੁਤ ਵੱਡਾ ਲਾਭ ਪੰਜਾਬੀਆਂ ਨੂੰ ਮਿਲਣਾ ਸੀ। ਔਰ ਦੂਸਰੀ ਗੱਲ ਮੈਂ ਵਿਸ਼ੇਸ਼ ਤੌਰ ਤੇ, ਕਿਉਂਕਿ ਮੀਡੀਆ ਜਿਹੜਾ ਉਹ ਸਰਕਾਰਾਂ ਨੂੰ ਦੋਸ਼ ਜ਼ਰੂਰ ਦਿੰਦਾ ਹੈ, ਪਰ ਮੈਂ ਵੇਖਿਆ ਕਿ ਅੱਜ ਦੇ ਜਿਹੜੇ ਇਸ ਵਿਸ਼ੇ ਨੂੰ, ਸਿੱਧੂ ਸਾਹਿਬ ਤੁਸੀਂ ਵਧਾਈ ਦੇ ਪਾਤਰ ਹੋ, ਤੁਸੀਂ ਬਹੁਤ ਇਕੱਲੇ ਹੀ ਇਸ ਵਿਸ਼ੇ ਨੂੰ ਛੂਹਿਆ, ਪਰ ਅੱਜ ਜਾਂ ਆ 2 ਦਿਨਾਂ ਦੇ ਵਿੱਚ ਇਸ ਦੇ ਉੱਤੇ ਕਿਤੇ ਵੀ ਕਿਸੇ ਪ੍ਰਿੰਟ ਮੀਡੀਆ, ਕਿਸੇ ਇਲੈਕਟ੍ਰੋਨਿਕਸ ਮੀਡੀਆ ਦੇ ਵਿੱਚ ਮੈਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਦਿਨ ਦੀ ਡਿਸਕਸ਼ਨ ਜਿਹੜੀ ਹੈ ਉਹ ਕਿਸੇ ਵੀ ਚੈਨਲ ਤੇ ਨਹੀਂ ਵੇਖੀ। ਔਰ ਇਹ ਜਿਹੜੀ ਅੱਜ ਦੀ ਇਹ ਡਿਸਕਸ਼ਨ ਜਿਹੜੀ ਹੈ ਔਰ ਇਹ ਇੱਕ ਵੱਡਾ ਵਿਸ਼ਾ ਮੈਂ ਸਮਝਦਾ। ਔਰ ਇਸ ਵਿਸ਼ੇ ਨੂੰ ਆਪਾਂ ਜਿੰਨੇ ਲੋਕ ਸੁਣ ਰਹੇ ਨੇ ਜਾਂ ਜਿਹੜੇ ਆਪਾਂ ਇਸ ਵਿਸ਼ੇ ਦੇ ਉੱਤੇ ਗੱਲ ਕਰ ਰਹੇ ਹਾਂ, ਇਸ ਨੂੰ ਰੁਕਣ ਨਾ ਦਈਏ ਔਰ ਆਪਣਾ ਜਿਹੜਾ ਰੋਲ ਬਾਖੂਬੀ ਨਿਭਾਈਏ। ਮੈਂ ਇਸ ਲਈ ਵਚਨਬੱਧ ਹਾਂ। ਜੀ ਰਿੰਪਲ ਜੀ ਮਿਹਰਬਾਨੀ, ਕਿਉਂਕਿ ਜਦੋਂ ਆਪਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕਰਦੇ ਹਾਂ, ਪਵਿੱਤਰ ਸਥਾਨ ਦੀ ਗੱਲ ਕਰਦੇ ਹਾਂ, ਉੱਥੋਂ ਦਾ ਸੁਨੇਹਾ ਹੀ ਮਾਨਵਤਾ ਦੇ ਭਲੇ ਦਾ, ਸਰਬੱਤ ਦੇ ਭਲੇ ਦਾ ਜਾਂਦਾ ਤੇ ਸਰਬੱਤ ਦੇ ਭਲੇ ਦੇ ਲਈ ਗੱਲ ਕਰਨੀ ਹਮੇਸ਼ਾ ਹੀ ਚੰਗੀ ਹੁੰਦੀ ਹੈ, ਜਿਸ ਮੁੱਦੇ ਤੇ ਆਪਾਂ ਵੀ ਚਰਚਾ ਕਰ ਰਹੇ ਹਾਂ। ਧੰਨਵਾਦ ਤੁਹਾਡਾ ਇਸ ਮੰਤਵ ਦੇ ਲਈ ਹੁਲਾਰਾ ਦੇਣ ਵਾਸਤੇ। ਡਾਕਟਰ ਸੋਹਤਾ, ਜਿਸ ਮਾਮਲੇ ਤੇ ਮੈਂ ਸਵਾਲ ਲੈ ਰਿਹਾ ਸੀ, ਇਹ ਸਵਾਲ ਮੈਂ ਤੁਹਾਡੇ ਤੋਂ ਵੀ, ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਬੱਚਿਆਂ ਨੂੰ ਕਾਲਜਾਂ 'ਚ ਪੜ੍ਹਾਇਆ, ਇਸ ਮੁੱਦੇ ਦੇ ਨਾਲ ਵਾਹ ਵਾਸਤਾ ਵੀ ਰਹੇ ਹੋਵੋਗੇ। ਧਾਰਮਿਕ ਅਕੀਦੇ ਦੀ ਗੱਲ ਆਪਣੀ ਜਗ੍ਹਾ ਤੇ ਹੈ ਹੀ ਅਹਿਮ, ਪਰ ਜੇ ਦੋਨਾਂ ਮੁਲਕਾਂ 'ਚ ਸ਼ਾਂਤੀ ਹੁੰਦੀ ਹੈ, ਦੋਸਤੀ ਦਾ ਪੁਲ ਬਣਦਾ, ਚੰਗੇ ਪੈਗਾਮ ਜਾਂਦੇ ਹੈ, ਜੇ ਪਾਕਿਸਤਾਨ ਤੇ ਹਿੰਦੁਸਤਾਨ ਦਾ ਸਰਹੱਦੀ ਰਸਤੇ ਹੋਰ ਨਹੀਂ ਤਾਂ ਘੱਟੋ ਘੱਟ ਕਾਰੋਬਾਰ ਵਪਾਰ ਹੀ ਖੁੱਲ੍ਹਦਾ ਹੈ, ਤਾਂ ਹਿੰਦੁਸਤਾਨ ਦੇ ਪੰਜਾਬ ਦੇ ਜਿਹੜੇ ਆਮ ਸਧਾਰਨ ਲੋਕ ਹੈ, ਗਰੀਬ ਲੋਕ ਹੈ, ਕਿਸਾਨ ਹੈ, ਉਹਨਾਂ ਦੇ ਭਲੇ ਲਈ ਚੰਗਾ ਕਦਮ ਹੋ ਸਕਦਾ ਹੈ। ਪਰ ਕੁਝ ਫੋਰਸਿਸ ਐਸੀਆਂ ਜਿਹੜੀਆਂ ਪੱਕੇ ਤੌਰ ਤੇ ਚਾਹੁੰਦੀਆਂ ਕਿ ਬਾਰਡਰ ਕਦੇ ਵੀ ਖੁੱਲ੍ਹਣਾ ਨਹੀਂ ਚਾਹੀਦਾ, ਤਾਂ ਕਿ ਸਾਰਾ ਕੁਝ ਜਿਹੜਾ ਸਮੁੰਦਰੀ ਰਸਤੇ ਆਵੇ ਤੇ ਜਿਹੜੀ ਵਸਤੂਆਂ ਤੇ ਦੂਜਾ ਸਾਰਾ ਕਾਰੋਬਾਰ ਹੈ ਉਹਨਾਂ ਤੋਂ ਦੀ ਕਾਬਜ਼ ਜਿਹੜੀ, ਜਿੱਦਾਂ ਮਿੱਡਾ ਜੀ ਨੇ ਕਿਹਾ, ਮੋਨੋਪੋਲੀ ਬਣੀ ਰਹੇ। ਜੀ ਡਾਕਟਰ ਸੋਹਤਾ।
ਦੇਖੋ, ਮੈਂ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦਾ ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਓ, ਕੌਣ ਭਲੇ ਕੋ ਮੰਦੇ। ਇਹ ਸੰਦੇਸ਼ ਤੋਂ ਅਗਰ ਆਪਾਂ ਲੈਂਦੇ ਹਾਂ, ਤੁਸੀਂ ਜਿਹੜਾ ਬਾਰਡਰ ਖੁੱਲਣ ਦੀ ਗੱਲ ਕਰਦੀ ਆ, ਮੈਂ ਤੋਂ ਹਟ ਕੇ ਗੱਲ ਕਰਦੀ ਆ ਕਿ ਜੇ ਪਾਰਟੀਸ਼ਨ ਹੋਈ ਤੇ ਨੁਕਸਾਨ ਪੰਜਾਬ ਦਾ ਹੋਇਆ ਦੋਨੋਂ ਪਾਸੇ, ਉਜੜੇ ਉਹ ਤੇ ਉਹਨਾਂ ਬਰਬਾਦੀ ਹੋਈਆਂ ਮਨੁੱਖਤਾ ਦੀ ਵੀ ਤੇ ਉਹਦੀ ਜਾਇਦਾਦ ਦੀ ਵੀ, ਹਰ ਤਰ੍ਹਾਂ ਦੇ ਨਾਲ। ਜੇ ਲੜਾਈਆਂ ਲੱਗੀਆਂ ਤਾਂ ਪੰਜਾਬ ਦਾ ਨੁਕਸਾਨ ਹੋਇਆ, ਤੇ ਜੇ ਸ਼ਹੀਦ ਹੋਏ ਤਾਂ ਪੰਜਾਬ ਦੇ ਵੱਧ ਸ਼ਹੀਦ ਹੋਏ। ਹਰ ਪਾਸੇ ਨੁਕਸਾਨ ਜਿਹੜਾ ਪੰਜਾਬੀਆਂ ਨੂੰ ਹੋਇਆ ਤੇ ਪੰਜਾਬੀਅਤ ਨੂੰ ਵੀ ਹੋਇਆ। ਦੂਸਰਾ ਰਿਹਾ, ਅਗਰ ਕੋਈ ਕੋਈ ਸਰਕਾਰ ਸੰਜੀਦਾ ਹੋਵੇ ਤੇ ਜੇ ਬਾਰਡਰ ਖੁੱਲਦਾ ਹੈਗਾ ਤਾਂ ਨਿਰਸੰਦੇਹ ਪੰਜਾਬ ਦੀ ਇਕਨੋਮੀ ਨੂੰ ਬਹੁਤ ਵੱਡਾ ਬੂਸਟ ਮਿਲ ਸਕਦਾ ਹੈ। ਔਰ ਜਿਹੜੀਆਂ ਚੀਜ਼ਾਂ ਅਸੀਂ ਬਹੁਤ ਮਹਿੰਗੀਆਂ ਖਰੀਦਦੇ ਆ, ਜਾਂ ਜਿਹੜੀ ਮਾਰਕੀਟਿੰਗ ਦਾ ਸਾਡੇ ਪਾਸ ਕੋਈ ਸਾਧਨ ਨਹੀਂਗਾ, ਤੇ ਬਹੁਤ ਅੱਛਾ ਅਸੀਂ ਅਫਗਾਨਿਸਤਾਨ ਤੱਕ ਇਸ ਰਸਤੇ ਨੂੰ ਖੋਲ ਸਕਦੇ ਹੈਗੇ ਆ। ਤਾਂ ਇਹਨਾਂ ਚੀਜ਼ਾਂ ਬਾਰੇ ਜਿਹੜੀਆਂ ਲੋਕਤੰਤਰਕ ਸਰਕਾਰਾਂ ਹੁੰਦੀਆਂ ਨੇ, ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਸਿੱਧੂ ਸਾਹਿਬ, ਕਿ ਕਿਸ ਤਰ੍ਹਾਂ ਅਸੀਂ ਆਪਣੇ ਮੁਲਕ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ। ਜੀ ਬਿਲਕੁਲ, ਨਫ਼ਰਤ ਘਟਾਉਣੀ ਚਾਹੀਦੀ ਹੈ। ਜਿਹੜਾ ਅਕਸਰ ਕਿਹਾ ਜਾਂਦਾ ਕਿ ਪੰਜਾਬ ਨਾਲ ਵਿਤਕਰਾ ਹੁੰਦਾ ਹੈ, I stand by that word irrespective of any my alienation with any party or the politician। ਮੇਰਾ ਮਤਲਬ ਹੈ ਕਿ ਅਗਰ ਤੁਸੀਂ ਸੱਚਮੁੱਚ ਹੀ ਪੰਜਾਬ ਦਾ ਭਲਾ ਚਾਹੁੰਦੇ ਹੋ, ਸੱਚਮੁੱਚ ਹੀ ਗੁਰੂ ਨਾਨਕ ਦੇ ਨਾਮ ਲੈਵਾ ਸੰਗਤਾਂ ਨੂੰ ਅੱਜ ਦੇ ਦਿਹਾੜੇ ਤੇ ਖੁਸ਼ ਕਰਨਾ ਚਾਹੁੰਦੇ ਹੋ, ਜਾਂ ਆਪਣਾ ਅੰਦਰ ਦੱਸਣਾ ਚਾਹੁੰਦੇ ਹੋ ਕਿ ਜਿਵੇਂ ਕਹਿੰਦੇ ਬਹੁਤ ਮਨ ਸੱਚਾ ਜੀ, ਹਾਂਜੀ, ਜੇ ਮਨ ਸਾਚਾ ਮੁਖ ਸਾਚਾ ਸੋਈ, ਤੇ ਅੱਜ ਹੀ ਸਰਕਾਰਾਂ ਨੂੰ ਐਲਾਨ ਕਰਨ ਨੂੰ ਕੋਈ ਪਾਸਪੋਰਟ ਨਹੀਂ ਬਣਾਉਣਾ ਪੈਂਦਾ, ਕਿਸੇ ਨੂੰ ਕੈਬਨਿਟ 'ਚ ਨਹੀਂ ਜਾਣਾ ਪੈਂਦਾ। ਇਮੀਡੀਏਟਲੀ ਇਹਦਾ ਫੈਸਲਾ ਹੋ ਸਕਦਾ ਹੈ ਕਿ ਅੱਜ ਦੇ ਦਿਹਾੜੇ ਤੇ ਅਗਰ ਲਾਂਘਾ ਖੁੱਲਿਆ ਸੀ ਤਾਂ ਅੱਜ ਦੇ ਦਿਹਾੜੇ ਤੇ ਐਲਾਨ ਹੋਣਾ ਚਾਹੀਦਾ ਹੈ। ਜਿੱਥੇ ਕਿਤੇ ਬੜਾ ਸਲੋ ਪ੍ਰੋਸੈਸ ਹੈ, ਸਰਕਾਰਾਂ ਨੂੰ ਉੱਥੇ ਕਿਤੇ ਚਿੱਠੀਆਂ ਨਹੀਂ ਪਾਉਣੀਆਂ ਪੈਂਦੀਆਂ। ਅੱਜ ਕੱਲ੍ਹ ਟੈਕਨੋਲੋਜੀ ਦਾ ਜ਼ਮਾਨਾ ਹੈ, ਇਸ ਕਰਕੇ ਤੁਰੰਤ ਹੋ ਸਕਦਾ ਹੈਗਾ। ਜੇ ਆਪਾਂ ਭਲਾ ਚਾਹੁੰਦੇ ਹਾਂ, ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੀਆਂ ਸਰਕਾਰਾਂ ਨੂੰ, ਸਾਰਿਆਂ ਨੁਮਾਇੰਦਿਆਂ ਨੂੰ, ਕਿ ਘੱਟੋ ਘੱਟ ਪੰਜਾਬ ਜਿਹਨੇ ਹਮੇਸ਼ਾ ਦੁੱਖ ਹਟਾਏ, ਜਿਹਨੇ ਹਮੇਸ਼ਾ ਕੁਰਬਾਨੀਆਂ ਦਿੱਤੀਆਂ, ਜਿਹਨੇ ਹਮੇਸ਼ਾ ਮੁਲਕ ਦਾ ਜਿਹੜਾ ਦਰਦ ਸੀ ਆਪਣੇ ਪਿੰਡੇ ਤੇ ਹੰਡਾਇਆ, ਕਮ ਸੇ ਕਮ ਅੱਜ ਦੇ ਦਿਨ ਉਸ ਗੁਰੂ ਨਾਨਕ ਦੇ ਨਾਮ ਤੇ ਸਾਨੂੰ ਸਿਆਸਤ ਨਾ ਕਰਕੇ, ਕੋਈ ਵੀ ਆਪਾਂ ਬਹਾਨੇ ਨਾ ਬਣਾ ਕੇ, ਲੰਬੀਆਂ ਤਰੀਕਾਂ ਨਾ ਪਾ ਕੇ ਇਸ ਦਾ ਤੁਰੰਤ ਫੈਸਲਾ ਕੀਤਾ ਜਾਵੇ ਤਾਂ ਅਸੀਂ ਸੈਲੂਟ ਕਰਾਂਗੇ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ, ਬਿਲਕੁਲ ਮਿਹਰਬਾਨੀ ਜੀ। ਗਰੇਵਾਲ ਸਾਹਿਬ, ਲਾਸਟ ਕਮੈਂਟ। ਡਾਕਟਰ ਸੋਹਤਾ ਨੇ ਬੜੇ ਭਾਵਕ ਕਮੈਂਟ ਕੀਤੇ ਔਰ ਪੰਜਾਬੀ ਜਿਹੜੇ ਜਜ਼ਬਾਤ ਉਹਨਾਂ ਦੀ ਤਰਜਮਾਨੀ ਵੀ ਕੀਤੀ ਹੈ ਕਿ ਸਾਰੇ ਚਾਹੁੰਦੇ ਹੈ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੇ ਤੇ ਸਰਕਾਰਾਂ ਨੂੰ ਇਸ ਮੁੱਦੇ ਤੇ ਫੈਸਲਾ ਲੈਣਾ ਚਾਹੀਦਾ ਹੈ। ਇਹਦੇ ਅੜਚਣਾਂ ਦੂਰ ਕਰਕੇ ਜਿਹੜੀਆਂ ਭਾਵਨਾਵਾਂ ਹੈਗੀਆਂ, ਉਹਨਾਂ ਭਾਵਨਾਵਾਂ ਦੀ ਕਦਰ ਕਰਨ ਦੀ ਲੋੜ ਹੈ ਇਸ ਵੇਲੇ। ਗਰੇਵਾਲ ਸਾਹਿਬ, ਆਖਰੀ ਕਮੈਂਟ ਤੁਹਾਡੇ ਇਸ ਬਹਿਸ ਦੇ। ਦੇਖੋ ਕਿ ਸਰਕਾਰਾਂ ਜਿਹੜੀਆਂ ਨੇ ਨਾ, ਉਹ ਭਾਵਨਾਵਾਂ ਨਾਲ ਨਹੀਂ, ਤੇ ਪਾਕਿਸਤਾਨ ਨੇ ਵੀ ਉਹਨਾਂ ਗੱਲਾਂ ਲਈ ਐਗਰੀ ਹੋਣਾ ਚਾਹੀਦਾ ਤੇ ਇੱਧਰ ਸਾਡੀ ਸਰਕਾਰ ਨੂੰ ਵੀ ਐਗਰੀ ਹੋਣਾ ਚਾਹੀਦਾ। ਦੋਨਾਂ ਦੀ ਗੱਲਬਾਤ ਨਾਲ ਇਹ ਇਲਾਕਾ ਖੁੱਲ੍ਹਣਾ, ਕੋਈ ਇੱਕ ਤਰਫਾ ਐਲਾਨ ਨਹੀਂ ਇਹਦੇ 'ਚ ਕਰ ਸਕਦਾ। ਔਰ ਮੈਨੂੰ ਲੱਗਦਾ ਇਹ ਜਲਦੀ ਖੁੱਲ੍ਹ ਜਾਏਗਾ, ਸਾਰੀ ਪ੍ਰੋਬਲਮ ਸੋਲਵ ਹੋ ਜਾਏਗੀ, ਕਿਉਂਕਿ ਪਾਕਿਸਤਾਨ ਦੀ ਸਰਕਾਰ ਨੂੰ ਵੀ ਇਹਦੇ ਤੋਂ ਇਨਕਮ ਹੈਗੀ ਹੈ, ਤੇ ਇਸ ਕਰਕੇ ਉਹ ਵੀ ਇਹ ਨਹੀਂ ਕਰਨਗੇ ਕਿ ਲਾਂਘਾ 'ਚ ਕੋਈ ਰੁਕਾਵਟ ਪਾਉਣ ਖੋਲ੍ਹਣ 'ਚ, ਤੇ ਇਹ ਆਪਸ 'ਚ ਸੌਟ ਆਊਟ ਕਰਕੇ ਕੁਛ ਦਿਨਾਂ ਦੇ ਅੰਦਰ ਹੀ ਮੇਰਾ ਖਿਆਲ ਖੁੱਲ੍ਹ ਜਾਣਾ। ਕੋਈ ਜ਼ਿਆਦਾ ਲੰਬੀ ਗੱਲ ਨਹੀਂ ਹੈ। ਔਰ ਇਹ ਜਲਦਬਾਜ਼ੀ ਇੱਕ ਪਾਸੜ ਗੱਲ ਕਰਕੇ ਕੋਈ ਬੋਲ ਸਕਦਾ। ਗਰੇਵਾਲ ਜੀ ਜਲਦਬਾਜ਼ੀ ਤਾਂ ਨਹੀਂ ਜੀ, ਗਰੇਵਾਲ ਜੀ ਜਲਦਬਾਜ਼ੀ ਤਾਂ ਨਹੀਂ। ਇੱਕ ਛੋਟਾ ਜਿਹਾ ਕਮੈਂਟ ਮੈਂ ਜਵਾਬ ਲੈਣਾ ਚਾਹਾਂਗਾ। ਭਾਜਪਾ ਤਾਂ ਅੱਜ ਕੱਲ੍ਹ ਜਿਹੜਾ ਹੈਗਾ, ਪਹਿਲਾਂ ਵੀ ਤੇ ਅੱਜ ਵੀ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੈ। ਬਹੁਤ ਕੁਝ ਕੀਤਾ ਜਾ ਰਿਹਾ, ਕਹਿ ਰਿਹਾ ਕਿ ਅਸੀਂ ਬਹੁਤ ਕੁਝ ਕਰਾਂਗੇ ਆਉਣ ਵਾਲੇ ਦਿਨਾਂ 'ਚ। ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਵੀ ਹੋ ਸਕਦੀ ਹੈ ਖੁੱਲ੍ਹਣ ਦੀ। ਗਰੇਵਾਲ ਜੀ, ਇਹਦੇ ਨਾਲ ਪੂਰਾ ਭਾਈਚਾਰਾ, ਪੰਜਾਬੀ ਭਾਈਚਾਰੇ ਨੂੰ ਇੱਕ ਚੰਗਾ ਹੀ ਸੁਨੇਹਾ ਜਾਏਗਾ ਜੇ ਕੇਂਦਰ ਫੈਸਲਾ ਲੈਂਦਾ। ਇਹ ਉਹ ਤਾਂ ਜਗਤਾਰ ਜੀ ਬਣਿਆ ਹੋਇਆ ਲਾਂਘਾ, ਤਾਂ ਕੋਈ ਨਵਾਂ ਨਹੀਂ ਬਣਾਉਣਾ, ਉਹੀ ਖੁੱਲਣਾ ਹੀ ਆ, ਉਹ ਖੁੱਲ ਜਾਏਗਾ, ਇਸ ਕੋਈ ਗੱਲ ਨਹੀਂ। ਔਰ ਬਾਕੀ ਵੀ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਬਿਨ ਅਸੀਂ ਉਮੀਦ ਕਰਦੇ ਹਾਂ ਜੋ ਤੁਸੀਂ ਕਹੇ ਹੋਣਗੇ ਫੇਰ ਹੋਣਗੀਆਂ ਜੀ ਜੋ ਤੁਸੀਂ ਕਹੋਗੇ ਕੇਂਦਰ ਉਸ ਤੇ ਫੁੱਲ ਵੀ ਚੜਾਏਗਾ। ਅਸੀਂ ਉਮੀਦ ਕਰਦੇ ਹਾਂ ਬਿਲਕੁਲ ਆਉਣ ਵਾਲੇ ਦਿਨਾਂ 'ਚ ਇਹਦੇ ਤੇ ਕੋਈ ਨਾ ਕੋਈ ਤਵੱਕੋ ਕੇਂਦਰ ਸਰਕਾਰ ਦੇਗੀ। ਤੇ ਨਾ ਮਹਿਮਾਨਾਂ ਦਾ ਕਰਤਾਰਪੁਰ ਸਾਹਿਬ ਦਾ ਲਾਂਘਾ
ਇਤਿਹਾਸਕ ਦਿਹਾੜਾ ਜਿੱਥੇ ਦੁਨੀਆ ਭਰ 'ਚ ਬੈਠੀਆਂ ਸਿੱਖ ਸੰਗਤਾਂ ਦੀਆਂ ਆਸਾਂ ਨੂੰ ਪਿਆ ਬੂਰ ਇਹ ਲਾਂਘਾ ਬਣਿਆ, ਉੱਥੇ ਹੁਣ ਇਸ ਦੇ ਲਈ ਵੀ ਅਰਦਾਸ ਹੈ ਤੇ ਮੰਗ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਬੰਦ ਪਿਆ ਹੈ, ਪਵਿੱਤਰ ਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੇ ਲਈ ਦੋਨਾਂ ਸਰਕਾਰਾਂ ਦੀ ਸਹਿਮਤੀ ਦੇ ਨਾਲ ਇਹ ਲਾਂਘਾ ਖੁੱਲ੍ਹਣਾ ਚਾਹੀਦਾ ਹੈ। ਇਹ ਸਮੁੱਚੀ ਦੁਨੀਆ 'ਚ ਬੈਠੇ ਪੰਜਾਬੀਆਂ ਦੀਆਂ ਭਾਵਨਾਵਾਂ ਹੈ, ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਜਿਹੜੀ ਹੈਗੀ ਹੈ ਮੰਗ ਨਹੀਂ। ਅਸੀਂ ਉਮੀਦ ਕਰਦੇ ਹਾਂ ਕਿ ਕੇਂਦਰ ਸਰਕਾਰ ਇਸ ਮੁੱਦੇ ਦੇ ਉੱਤੇ ਜ਼ਰੂਰ ਤਵੱਕੋਂ ਦੇਗੀ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਇਹ ਬਹਿਸ ਕਰਾਂਗੇ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ ਹੈ। ਧੰਨਵਾਦੀ ਹਾਂ ਅਸੀਂ ਇਹਨਾਂ ਮੁੱਦਿਆਂ ਤੇ ਆਉਣ ਲਈ ਆਪਣੇ ਤਿੰਨਾਂ ਮਹਿਮਾਨਾਂ ਦਾ ਵੀ ਮੈਂ ਧੰਨਵਾਦੀ ਹਾਂ। ਇਸ ਦੇ ਨਾਲ ਹੀ ਤੁਹਾਡੇ ਕੋਲੋਂ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।